ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਅੱਜ ਸਭ ਤੋਂ ਵੱਡਾ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋ ਕੁਝ ਕਹਿੰਦੇ ਨੇ ਕਿ ਹੁਣ ਤੱਕ ਸਿੱਖਾਂ ਦੇ ਕੋਲ, ਸਿੱਖ ਲੀਡਰਸ਼ਿਪ ਦੇ ਕੋਲ ਕੋਈ ਇਹੋ ਜਿਹਾ ਲੀਡਰ ਨਹੀਂ ਹੈਗਾ ਜਿਹੜਾ ਸਿੱਖ ਸਿਆਸਤ ਨੂੰ ਸਮਝਦਾ ਹੋਵੇ। ਉਹ ਪ੍ਰਚਾਰਕਾਂ ਦੀ ਕਰਦੇ ਨੇ, ਉਹ ਬੁਲਾਰਿਆਂ ਦੀ ਵੀ ਗੱਲ ਕਰਦੇ ਨੇ। ਕੋਈ ਇਹੋ ਜਿਹੇ ਨਹੀਂ ਹੈਗੇ ਜਿਹੜੇ ਜਾ ਕੇ ਚੈਨਲਾਂ ਤੇ। ਜਥੇਦਾਰ ਸਾਹਿਬ ਜਦੋਂ ਕਾਰਜਕਾਰੀ ਜਥੇਦਾਰ ਸਾਹਿਬ, ਇਹ ਖਾਸ ਕਹਿਣ ਦਾ ਜ਼ਿਕਰਯੋਗ ਬਣਦਾ ਆ ਕਿਉਂਕਿ ਹੁਣ ਤੱਕ ਜਦੋਂ ਦੇ ਕਾਰਜਕਾਰੀ ਲੱਗੇ ਨੇ ਉਦੋਂ ਤੋਂ ਇਹਨਾਂ ਨੂੰ ਜਥੇਦਾਰ ਹੀ ਕਿਹਾ ਜਾਂਦਾ। ਕਾਰਜਕਾਰੀ ਦਾ ਹਵਾਲਾ ਬਹੁਤ ਘੱਟ ਦਿੱਤਾ ਜਾਂਦਾ ਆ। ਇਹ ਜ਼ਰੂਰੀ ਆ ਕਿ ਤਾਂ ਕਿ ਲੋਕਾਂ ਨੂੰ ਲਗਾਤਾਰ ਇਹ ਪਤਾ ਲੱਗਦਾ ਰਹੇ ਕਿ ਹਾਲੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਸਿੱਖ ਕੌਮ ਦੇ ਕੋਲ ਆਪਣਾ ਜਥੇਦਾਰ ਨਹੀਂ ਹੈਗਾ। ਤੇ ਇਹਦੇ ਉੱਤੇ ਸਵਾਲ ਉੱਠਦੇ ਨੇ ਕਿ ਜਥੇਦਾਰ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਇਸ਼ਾਰਾ ਕਿਸ ਪਾਸੇ ਵੱਲ ਕੀਤਾ ਜਾ ਰਿਹਾ। ਸੁਖਵਿੰਦਰ ਜੀ, ਜੇ ਤੁਸੀਂ ਕਾਰਜਕਾਰੀ ਸ਼ਬਦ ਦੀ ਪਰਿਭਾਸ਼ਾ ਨੂੰ ਜਾਣਨ ਵਿੱਚ ਜਾਓਗੇ, ਉਹਦਾ ਮਤਲਬ ਹੁੰਦਾ ਹੈ ਇਹ ਕੰਮ ਚਲਾਊ ਜਥੇਦਾਰ ਹੈ। ਐਕਟਿੰਗ ਦਾ ਮਤਲਬ ਇੱਕ ਕੰਮ ਪੂਰਾ ਕਰਨ ਵਾਲਾ, ਇੱਕ ਫਾਰਮੈਲਿਟੀ ਪੂਰੀ ਕਰਨ ਵਾਲਾ ਬੰਦਾ ਹੁੰਦਾ ਹੈ। ਇਹ ਸਰਕਾਰੀ ਟਰਮਾਂ ਨੇ, ਇਹ ਸਿੱਖ ਟਰਮਸ ਨਹੀਂ ਹੈਗੀਆਂ। ਸਰਕਾਰੀ ਟਰਮਾਂ ਦੇ ਵਿੱਚ ਜਦੋਂ ਸਰਕਾਰ ਕਿਸੇ ਵੱਡੇ ਅਫਸਰ ਦੀ ਅਪੁਆਇੰਟਮੈਂਟ ਕਰਦੀ ਹੁੰਦੀ ਆ ਕਾਲੀ ਕਾਲੀ ਚ, ਤਾਂ ਉਹ ਕਾਲੀ ਕਾਲੀ ਵਿੱਚ ਉਹਦੀ ਐਕਟਿੰਗ ਮਤਲਬ ਕੋਈ ਅਧਿਕਾਰੀ ਲਾ ਦਿੰਦੀ ਹੈ ਬਈ ਇਹ 2-3 ਮਹੀਨੇ ਅਜੇ ਕੰਮ ਚਲਾਓ ਤੇ ਹੌਲੀ ਹੌਲੀ ਮਤਲਬ 2-3 ਮਹੀਨਿਆਂ ਦੇ ਵਿੱਚ ਅਸੀਂ ਕੋਈ ਰੈਗੂਲਰ ਬੰਦਾ ਅਪੁਆਇੰਟ ਕਰਕੇ ਫਿਰ ਭੇਜ ਦਿਆਂਗੇ। ਉਹਦਾ ਮੀਨਿੰਗ ਇਹ ਹੁੰਦਾ ਹੈ। ਜਥੇਦਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਿਆ ਮੇਰਾ ਖਿਆਲ ਹੈ ਕਿ 3 ਸਾਲ ਤੋਂ ਉੱਪਰ ਸਮਾਂ ਹੋ ਗਿਆ। ਮੇਰਾ ਖਿਆਲ ਹੈ ਜੇ 3 ਸਾਲ ਤੋਂ ਉੱਪਰ ਸਮੇਂ ਤੱਕ ਵੀ ਇਹ ਕਾਰਜਕਾਰੀ ਜਥੇਦਾਰ ਹੀ ਬਣੇ ਆ ਰਹੇ ਨੇ, ਇਹਦੇ ਤੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਪ੍ਰਤੀ ਕਿੰਨੀ ਕੁ ਗੰਭੀਰ ਹੈ ਔਰ ਖੁਦ ਜਥੇਦਾਰ ਆਪਣੇ ਅਹੁਦੇ ਪ੍ਰਤੀ ਕਿੰਨਾ ਕੁ ਗੰਭੀਰ ਨੇ। ਜਿਹੜੇ ਹੁਣ ਤੱਕ ਐਕਟਿੰਗ ਹੀ ਚੱਲਦੇ ਆ ਰਹੇ ਨੇ, ਐਕਟਿੰਗ 2-3 ਮਹੀਨਿਆਂ ਲਈ, ਵੱਧ ਤੋਂ ਵੱਧ 6 ਮਹੀਨੇ ਲਈ ਹੁੰਦਾ। 6 ਮਹੀਨੇ ਤੋਂ ਬਾਅਦ ਤਾਂ ਉਹ ਮਖੌਲ ਦਾ ਪਾਤਰ ਬਣ ਜਾਂਦਾ ਹੈ। ਸੋ 3 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਜਥੇਦਾਰ ਅੱਜ ਵੀ ਐਕਟਿੰਗ ਜਥੇਦਾਰ ਨੇ। ਗੱਲ ਸਿਰਫ ਇੱਥੇ ਤੱਕ ਹੀ ਸੁਖਵਿੰਦਰ ਸੀਮਤ ਨਹੀਂ ਹੈ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਐਕਟਿੰਗ ਜਥੇਦਾਰ ਹੋਣ ਦੇ ਨਾਲ ਨਾਲ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਵੀ ਐਕਟਿੰਗ ਜਥੇਦਾਰ ਨੇ। ਕਮਾਲ ਦੀ ਗੱਲ ਹੈ। ਮਤਲਬ ਦਮਦਮਾ ਸਾਹਿਬ ਦੇ ਜਥੇਦਾਰ ਵੀ ਐਕਟਿੰਗ, ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਐਕਟਿੰਗ। ਇਹਨਾਂ ਦਾ ਕੋਈ ਮੇਲ ਮਿਲਾਪ ਹੀ ਨਹੀਂ ਮੈਨੂੰ ਲੱਗ ਰਿਹਾ। ਕੋਈ ਇਹਨੂੰ ਜਸਟੀਫਾਈ ਕੌਣ ਕਰਦਾ ਹੈ? ਸ਼੍ਰੋਮਣੀ ਕਮੇਟੀ ਨੂੰ ਕਿਸੇ ਨੇ ਨਹੀਂ ਪੁੱਛਿਆ, ਨਾ ਸ਼੍ਰੋਮਣੀ ਕਮੇਟੀ ਨੇ ਕਦੇ ਸੋਚਿਆ ਜਿਹੜਾ ਅਸੀਂ ਇਹਨਾਂ ਨੂੰ ਐਕਟਿੰਗ ਕਹਿ ਰਹੇ ਹਾਂ, 2 ਤਖਤਾਂ ਦਾ ਜਥੇਦਾਰ। ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸੁਪਰੀਮ ਸੰਸਥਾ ਹੈ ਸਿੱਖ ਕੌਮ ਦੀ, ਖਾਲਸਾ ਪੰਥ ਦੀ। ਜਿਹੜੇ ਬਾਕੀ ਦੇ 4 ਤਖਤ ਨੇ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨੰਦੇੜ, ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੂਜੇ ਨੰਬਰ ਤੇ ਨੇ। ਬਾਕੀ ਦੇ ਜਿਹੜੇ 4 ਤਖਤ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੂਜੇ ਨੰਬਰ ਤੇ ਨੇ। ਉਹ ਆਪੋ ਆਪਣੇ ਇਲਾਕੇ 'ਚ ਤਾਂ ਸੋਵਰਨ ਹਨ, ਲੇਕਿਨ ਸਿੱਖ ਕੌਮ ਦੇ ਉੱਪਰ ਸੋਵਰਨ ਸਟੇਟਸ ਨਹੀਂ ਰੱਖਦੇ। ਸਿੱਖ ਕੌਮ ਦੇ ਉੱਪਰ ਜੇ ਸੋਵਰਨ ਸਟੇਟਸ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ। ਤੁਸੀਂ ਇੱਥੋਂ ਹੀ ਸਮਝ ਜਾਓ ਕਿ ਸਿੱਖ ਕੌਮ ਕਿੰਨੀ ਕੁ ਗੰਭੀਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀ ਕੁ ਗੰਭੀਰ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਐਕਟਿੰਗ ਜਥੇਦਾਰ ਨੇ ਤੇ ਉਹ ਨਾਲ ਦੀ ਨਾਲ ਇੱਕ ਜਿਹੜਾ ਜੂਨੀਅਰ ਤਖਤ ਹੈ, ਤਖਤ ਸ੍ਰੀ ਦਮਦਮਾ ਸਾਹਿਬ, ਉਹਦੇ ਵੀ ਐਕਟਿੰਗ ਜਥੇਦਾਰ ਨੇ। ਕਦੇ ਇਹ ਸੁਣਿਆ ਹੈ ਤੁਸੀਂ ਕਿ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਹੋਵੇ ਐਕਟਿੰਗ ਤੇ ਉਹ ਨਾਲ ਦੀ ਨਾਲ ਕਿਸੇ ਸੂਬੇ ਦਾ ਵੀ ਐਕਟਿੰਗ ਮੁੱਖ ਮੰਤਰੀ ਹੋਵੇ? ਕਦੇ ਸੁਣਿਆ? ਜੇ ਸੁਣੋਗੇ ਮਖੌਲ ਦਾ ਪਾਤਰ ਬਣ ਜਾਏਗਾ, ਨਾਲੇ ਉਹ ਦੇਸ਼ ਨਾਲੇ ਉਹ ਪ੍ਰਧਾਨ ਮੰਤਰੀ। ਸੋ ਪਹਿਲੀ ਗੱਲ ਤਾਂ ਸੁਖਵਿੰਦਰ, ਇੱਥੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੀ ਗੰਭੀਰਤਾ ਦੇਖੀ ਜਾਂਦੀ ਹੈ ਕਿ ਉਹ ਆਪਣੇ ਫਿਊਚਰ ਪ੍ਰਤੀ, ਆਪਣੀਆਂ ਸੰਸਥਾਵਾਂ ਪ੍ਰਤੀ,
ਆਪਣੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ, ਜਿਹਨੂੰ ਉਹ ਸੋਵਰਨ ਤਖਤ ਕਹਿੰਦੇ ਨੇ, ਜਿਹਨੂੰ ਉਹ ਸਰਵ ਉੱਚ ਤਖਤ ਕਹਿੰਦੇ ਨੇ, ਉਹਦੇ ਪ੍ਰਤੀ ਕਿੰਨਾ ਕੁ ਗੰਭੀਰ ਨੇ। ਇਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਆਪਣੀਆਂ ਗੱਲਾਂ ਰਾਹੀਂ, ਆਪਣੇ ਐਕਸ਼ਨਾਂ ਰਾਹੀਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੋਵਰੇਨਟੀ ਨੂੰ ਸੱਟ ਮਾਰ ਰਹੇ ਨੇ। ਚਲੋ ਮੰਨਿਆ ਕਿ ਕੋਈ ਅਨਪੜ੍ਹ ਲਾਣਾ ਹੋਵੇ, ਅਨਪੜ੍ਹ ਲਾਣਾ ਵੀ ਇੰਨਾ ਮੂਰਖ ਨਹੀਂ ਹੁੰਦਾ। ਅਨਪੜ੍ਹ ਲੋਕ ਵੀ ਬਹੁਤ ਸਿਆਣੇ ਹੁੰਦੇ ਨੇ, ਪੜ੍ਹੇ ਲਿਖਿਆਂ ਨਾਲੋਂ ਵੱਧ ਸਿਆਣੇ ਹੁੰਦੇ ਨੇ। ਪਰ ਮੈਂ ਸਮਝਦਾ ਜਿਹੜੇ ਅੱਜ ਕੱਲ੍ਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ਼੍ਰੀਮਾਨ ਧੰਮੀ ਸਾਹਿਬ, ਉਹ ਤਾਂ ਵਕੀਲ ਨੇ, ਉੱਚ ਕੋਟੀ ਦੇ ਪੜ੍ਹੇ ਲਿਖੇ ਸੱਜਣ ਨੇ, ਕਿ ਉਹਨਾਂ ਨੂੰ ਅਜੇ ਤੱਕ ਵੀ ਸਮਝ ਨਹੀਂ ਆਈ ਕਿ ਐਕਟਿੰਗ ਦਾ ਮੀਨਿੰਗ ਕੀ ਹੁੰਦਾ ਹੈ। ਇੱਕ ਜੂਨੀਅਰ ਤਖਤ ਦਾ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਐਕਟਿੰਗ ਜਥੇਦਾਰ ਹੈ। ਉਹ ਭਲੇ ਮਾਨਸੋ, ਇਹਨਾਂ ਦਾ ਮੀਨਿੰਗ ਤਾਂ ਕੋਈ ਸਮਝ ਲਓ। ਤੁਸੀਂ ਤਾਂ, ਅਸੀਂ ਤਾਂ ਪਹਿਲੀ ਗੱਲ ਚੋਂ ਨਹੀਂ ਨਿਕਲ ਰਹੇ। ਤੁਸੀਂ ਤਾਂ ਅੱਗੇ ਬੜੇ ਬੜੇ ਕੁਐਸਚਨ ਕਰਨੇ ਨੇ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਬਾਰੇ। ਉਹਨਾਂ ਦਾ ਜਵਾਬ ਕਿਵੇਂ ਦੇਾਂਗੇ ਇਸ ਸਟੇਟਸ ਦੇ ਮੁਕਾਬਲੇ ਤੇ। ਸੋ ਸੁਖਵਿੰਦਰ, ਇੱਥੇ ਸਭ ਕੁਝ ਹੀ ਆਵਾਊਤ ਹੈ ਸਾਰਾ ਹੀ। ਮੈਨੂੰ ਸਮਝ ਨਹੀਂ ਆਉਂਦੀ, ਜਿਹੜੇ 175-70 ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਕੋਈ ਨਹੀਂ ਗਾਉਂਦਾ ਉਹਨਾਂ ਚੋਂ। ਅਕਾਲੀ ਦਲ ਦੇ 100 ਸਾਲ ਪੁਰਾਣੀ ਹੈ ਅਕਾਲੀ ਜਥੇਬੰਦੀ, 100 ਸਾਲ ਦੇ ਕਰੀਬ ਪੁਰਾਣੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਹਨਾਂ 100 ਸਾਲ ਦੀਆਂ ਪੁਰਾਣੀਆਂ ਜਥੇਬੰਦੀਆਂ ਨੂੰ ਇੰਨੀ ਵੀ ਅਕਲ ਨਹੀਂ ਹੈ ਕਿ ਆਪਣੀਆਂ ਸੰਸਥਾਵਾਂ ਦੀ ਕਿਵੇਂ ਮਤਲਬ ਦੇਖਭਾਲ ਕਰੀਦੀ ਹੈ ਤੇ ਕਿਵੇਂ ਉਹਨਾਂ ਸੰਸਥਾਵਾਂ ਨੂੰ ਚਲਾਈਦਾ। ਮਤਲਬ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਲੋਕ ਭੋਰਾ ਭਰ ਵੀ ਨਹੀਂ ਸੋਚਦੇ ਜਥੇਦਾਰ ਬਾਰੇ, ਜਥੇਦਾਰ ਦੇ ਸਟੇਟਸ ਬਾਰੇ। ਜੀ ਸਵਾਲ ਫਿਰ ਉੱਤੋਂ ਜਿਹੜੇ ਜਥੇਦਾਰ ਸਾਹਿਬ ਨੇ ਸਵਾਲ ਚੁੱਕੇ ਨੇ, ਮੈਂ ਉਹਨੂੰ ਰਿਪੀਟ ਨਹੀਂ ਕਰਾਂਗਾ, ਤੁਸੀਂ ਉਹਦੇ ਤੇ ਗੱਲ ਹੋਰ ਜੋੜਦਾ। ਓਕੇ। ਵਿਦਵਾਨ, ਤੁਹਾਡੇ ਵਰਗੇ ਸਿੱਖ ਵਿਦਵਾਨ ਸਾਡੇ ਵਿੱਚ ਬੈਠੇ ਨੇ, ਕੌਮ 'ਚ ਬੈਠੇ ਨੇ, ਇਤਿਹਾਸ ਲਿਖਦੇ ਨੇ ਜਾਂ ਕੌਮ ਨੂੰ ਅਗਵਾਈ ਦਿੰਦੇ ਨੇ, ਤਾਂ ਉਹਨਾਂ ਦੀਆਂ ਸੇਵਾਵਾਂ ਕਿਉਂ ਨਹੀਂ ਲਈਆਂ ਜਾਂਦੀਆਂ ਜਦੋਂ ਇਹ ਕਹਿੰਦੇ ਨੇ ਕਿ ਸਿੱਖ ਸਿਆਸਤ ਨੂੰ ਕੋਈ ਸਮਝਣ ਵਾਲਾ ਨਹੀਂ ਹੈਗਾ? ਸੁਖਵਿੰਦਰ, ਜੇ 100 ਸਾਲਾਂ ਦੇ ਇਤਿਹਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚੋਂ ਵੀ ਤੁਹਾਨੂੰ ਅੱਜ ਕੋਈ ਐਸਾ ਸੱਜਣ ਨਹੀਂ ਦਿਖਦਾ ਜਿਹੜਾ ਰਾਜਨੀਤੀ ਦੀ ਜਾਣਕਾਰੀ ਰੱਖਦਾ ਹੋਵੇ, ਜਿਹੜਾ ਇਤਿਹਾਸ ਦੀ ਜਾਣਕਾਰੀ ਰੱਖਦਾ ਹੋਵੇ, ਜਿਹੜਾ ਗੁਰਮਤ ਦੀ ਜਾਣਕਾਰੀ ਰੱਖਦਾ ਹੋਵੇ, ਫਿਰ ਤੁਸੀਂ ਇਹ 100 ਸਾਲਾਂ ਦੀ ਜਥੇਬੰਦੀ ਕੋਲੋਂ ਉਮੀਦ ਕੀ ਕਰਦੇ ਹੋ? ਕੀ ਤੁਹਾਨੂੰ ਇਹਦਾ ਗਿਆਨ ਅੱਜ ਹੋਇਆ? ਤੁਸੀਂ 3 ਸਾਲਾਂ ਤੋਂ ਜਥੇਦਾਰ ਸਾਹਿਬ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ, ਕੀ ਇਸ ਗੱਲ ਦਾ ਗਿਆਨ ਅੱਜ ਹੋਇਆ? ਇਹਦਾ 100 ਸਾਲਾਂ ਪੁਰਾਣੀ ਜਥੇਬੰਦੀ ਹੈ। ਇਹ 100 ਸਾਲਾਂ ਪੁਰਾਣੀ ਜਥੇਬੰਦੀ ਵਿੱਚ ਤਾਂ ਇੱਕ ਤੋਂ ਵੱਧ ਚੜ ਕੇ ਅਧਿਕਾਰੀ ਹੋਣੇ ਚਾਹੀਦੇ ਸੀ, ਸੱਜਣ ਪੁਰਸ਼, ਜਿਹੜੇ ਰਾਜਨੀਤੀ ਦੇ ਵੀ ਮਾਹਰ ਹੋਣੇ ਚਾਹੀਦੇ ਸੀ, ਜਿਹੜੇ ਇਤਿਹਾਸ ਦੇ ਵੀ ਮਾਹਰ ਹੋਣੇ ਚਾਹੀਦੇ ਸੀ, ਜਿਹੜੇ ਗੁਰਮਤ ਦੇ ਵੀ ਮਾਹਰ ਹੋਣੇ ਚਾਹੀਦੇ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਰਮਤ ਦਾ ਮਾਹਰ ਹੋਣਾ ਚਾਹੀਦਾ। ਪਹਿਲੀ ਗੱਲ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿੱਖ ਇਤਿਹਾਸ ਦਾ ਮਾਹਰ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚ ਸਥਿਤੀ ਦਾ ਮੀਨਿੰਗ ਕੀ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਨਿਤਨੇਮ ਕੀ ਹੁੰਦਾ ਹੈ, ਨਿਤਨੇਮ ਦੀ ਵਿਆਖਿਆ ਕੀ ਹੈ। ਮੈਂ ਪਹਿਲਾਂ ਵੀ ਕਈ ਵਾਰ ਬੋਲਦੇ ਨੇ ਸੁਣਿਆ, ਮੈਂ ਬੋਲਦਾ ਇਹ ਗੱਲੋਂ ਅੱਕ ਗਿਆ ਕਿ ਸਾਡੇ ਵਰਤਮਾਨ ਸ਼੍ਰੋਮਣੀ ਅਕਾਲੀ ਦਲ ਦੇ ਭੰਗ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਜਾ ਕੇ ਪੁੱਛ ਲਓ ਕੀ ਉਹ ਮੂਲ ਮੰਤਰ ਦਾ ਪਾਠ ਸੁਣਾ ਸਕਦਾ ਹੈ ਮਾਈਕ ਤੇ ਖੜ ਕੇ? ਮਾਈਕ ਵਿੱਚ ਬੋਲ ਕੇ ਕੀ ਉਹ ਮੂਲ ਮੰਤਰ ਦਾ ਪਾਠ ਸੁਣਾ ਸਕਦਾ ਹੈ? ਕੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਸਟੇਜ ਤੇ ਖੜ ਕੇ ਸੁਣਾ ਸਕਦਾ ਹੈ? ਕੀ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਦਾ ਇਤਿਹਾਸ ਸਟੇਜ ਤੇ ਖੜ ਕੇ ਲੋਕਾਂ ਨੂੰ ਸੰਬੋਧਨ ਕਰਕੇ ਦੱਸ ਸਕਦਾ ਹੈ? ਔਰ ਸਾਡੇ ਪ੍ਰਧਾਨ ਦੀ ਇਹੀ ਜੀ ਸ਼ਖਸੀਅਤ ਹੀ ਨਹੀਂ ਹੈ ਜਿਹਦੇ ਕੋਲ ਤੁਸੀਂ ਇਹ ਗੱਲਾਂ ਮਤਲਬ ਉਮੀਦ ਕਰੋ। ਜਥੇਦਾਰ ਸਾਹਿਬ ਪਤਾ ਨਹੀਂ ਕੀ ਸੋਚ ਕੇ ਬੋਲਣ ਲੱਗੇ ਨੇ, ਉਹ ਸਾਰੀ ਗੱਲ ਕਹਿੰਦੇ ਵੀ ਨਹੀਂ ਔਰ ਕਹਿਣ ਦਾ ਉਹਨਾਂ ਨੂੰ ਮਤਲਬ ਜੀ ਵੀ ਕਰਦਾ ਹੈ। ਜਦੋਂ ਸਾਡੇ 100 ਸਾਲਾ ਅਕਾਲੀ ਦਲ ਦਾ ਇਤਿਹਾਸ ਜਲੂਸ ਹੀ ਕਰ ਦਿੱਤਾ ਇਹਨਾਂ ਲੋਕਾਂ ਨੇ, ਮਤਲਬ ਕੀ ਹਾਲ ਬਣਾ ਦਿੱਤਾ ਇਹਨਾਂ ਲੋਕਾਂ ਨੇ 100 ਸਾਲਾ ਜਥੇਬੰਦੀ ਦਾ, ਕਿ ਅੱਜ 117 ਦੀ ਵਿਧਾਨ ਸਭਾ ਦੇ ਵਿੱਚ 2.5 ਟੋਟਲ ਇਹਨਾਂ ਕੋਲੇ 2.5 ਜਾਂ 3 ਬੰਦੇ ਨੇ ਇਹਨਾਂ ਕੋਲੇ।
मैं 2.5 ਤਾਂ ਕਹਿਣਾ, ਇਹ 3 ਦੀ ਗਿਣਤੀ ਵੀ ਨਹੀਂ ਪੂਰੀ ਕਰ ਸਕਦੇ ਇਹ। ਉਹ ਤੀਜਾ ਵੀ ਵਿਚਾਰਾ ਅਜੇ ਡਾਮਾਡੋਲ ਹੈ, ਉਹ ਵੀ ਇਹੀ ਗੱਲਾਂ ਨੂੰ ਰੋ ਰਿਹਾ ਹੈ ਕਿ ਕੁਛ ਨਾ ਕੁਛ ਤਾਂ ਬੰਨ ਨੂੰ ਬੰਨੋ ਇਸ 100 ਸਾਲਾ ਪੁਰਾਣੇ ਇਤਿਹਾਸਕ ਜਥੇਬੰਦੀ ਦਾ। ਸੋ ਸੁਖਵਿੰਦਰ ਜੀ, ਅਕਾਲੀ ਦਲ ਕੋਲ ਕਿੱਡੀ ਵੱਡੀ ਟ੍ਰੈਜਡੀ ਹੈ ਕਿ ਅੱਜ ਕੋਈ ਵੀ ਅਧਿਕਾਰੀ ਐਸਾ ਨਹੀਂ ਜਿਹੜਾ ਇਤਿਹਾਸ ਤੋਂ ਜਾਣੂ ਹੋਵੇ, ਜਿਹੜਾ ਗੁਰਮਤਿ ਤੋਂ ਜਾਣੂ ਹੋਵੇ, ਜਿਹੜਾ ਰਾਜਨੀਤੀ ਤੋਂ ਵੀ ਜਾਣੂ ਹੋਵੇ। ਅਸੀਂ ਤਾਂ ਐਡੇ ਐਡੇ ਦੇਸ਼ ਦੇ ਵੱਡੇ ਵੱਡੇ ਰਾਜਨੀਤਿਕ ਲੋਕਾਂ ਦੇ ਬਰਾਬਰ ਬਹਿ ਕੇ ਗੱਲਾਂ ਕਰਨੀਆਂ ਨੇ। ਸਾਡੀਆਂ ਤਾਂ ਇਤਨੀਆਂ ਵੱਡੀਆਂ ਪ੍ਰੋਬਲਮਾਂ ਨੇ ਪੰਜਾਬ ਦੀਆਂ ਤੇ ਸਿੱਖ ਕੌਮ ਦੀਆਂ ਕਿ ਸਾਨੂੰ ਤਾਂ ਵਰਲਡ ਲੈਵਲ ਤੇ ਆਪਣੀ ਰਾਜਨੀਤਿਕ ਮੁਹਾਰਤਾਂ ਨੂੰ ਦਰਸਾਉਣਾ ਮਤਲਬ ਜ਼ਰੂਰੀ ਹੈ। ਯੂਐਨਓ 'ਚ ਵੀ ਸਾਡੇ ਬੰਦੇ ਸਾਨੂੰ ਜਾਣ ਦਾ ਮੌਕਾ ਸਾਡੇ ਕੋਲ ਆਏਗਾ, ਕਿਉਂਕਿ ਸਾਡੀਆਂ ਪ੍ਰੋਬਲਮਾਂ ਐਸੀਆਂ ਨੇ ਜਿਹੜੀਆਂ ਇਕੱਲੇ ਪੰਜਾਬ ਵਿੱਚ ਸੋਲਵ ਨਹੀਂ ਹੋਣੀਆਂ, ਇਕੱਲੇ ਦਿੱਲੀ ਤੋਂ ਸੋਲਵ ਨਹੀਂ ਹੋਣੀਆਂ, ਉਹ ਯੂਐਨਓ ਵਿੱਚ ਜਾ ਕੇ ਸੋਲਵ ਹੋਣਗੀਆਂ। ਜੇ ਚੰਡੀਗੜ੍ਹ ਦਾ ਮਸਲਾ ਇੱਥੇ ਹੱਲ ਨਹੀਂ ਹੁੰਦਾ ਤਾਂ ਇਸ ਮਸਲੇ ਨੂੰ ਯੂਐਨਓ ਵਿੱਚ ਲਿਜਾਣਾ ਪਏਗਾ। ਇਹ ਕਿ ਕਿਹੜੀ ਇਹ ਜੀ ਸਟੇਟ ਹੈ ਕਿਸੇ ਸੰਵਿਧਾਨ ਦੇ ਤਹਿਤ ਜਿਹਦੀ ਰਾਜਧਾਨੀ ਹੀ ਕੋਈ ਨਹੀਂ ਹੁੰਦੀ। ਪਹਿਲਾਂ ਸਾਡੀ ਰਾਜਧਾਨੀ 47 ਚ ਗੁਆਤੀ, ਫਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਔਰ ਚੰਡੀਗੜ੍ਹ 1966 ਚ ਖੋਲੀ। ਕੀ ਕੋਈ ਸੰਵਿਧਾਨ ਦੇ ਤਹਿਤ ਕੋਈ ਸਟੇਟ ਆਪਣੀ ਰਾਜਧਾਨੀ ਤੋਂ ਬਗੈਰ ਰਹਿ ਸਕਦੀ ਹੈ? ਉਹ ਕੌਮ ਜਿਹਨੂੰ 47 ਦੀ ਵੰਡ ਵੇਲੇ ਤੀਜੀ ਬਰਾਬਰ ਦੀ ਕੌਮ ਮੰਨਿਆ ਗਿਆ ਸੀ, ਤੀਜੀ ਬਰਾਬਰ ਦੀ ਕੌਮ, 3 ਧਿਰਾਂ ਨੇ, ਬ੍ਰਿਟਿਸ਼ ਗਵਰਨਮੈਂਟ ਨੇ, ਮੁਸਲਿਮ ਲੀਗ ਨੇ, ਇੰਡੀਅਨ ਨੈਸ਼ਨਲ ਕਾਂਗਰਸ ਨੇ, ਉਸ ਤੀਜੀ ਬਰਾਬਰ ਦੀ ਕੌਮ ਨੂੰ ਅੱਜ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਕੀ ਅਸੀਂ ਇਹਦਾ ਕੇਸ ਯੂਐਨਓ 'ਚ ਨਹੀਂ ਲੈ ਕੇ ਜਾ ਸਕਾਂਗੇ? ਜੇ ਯੂਐਨਓ 'ਚ ਲੈ ਕੇ ਅਸੀਂ ਲੈ ਜਾ ਕੇ ਆਪਣਾ ਕੇਸ ਲੜਾਂਗੇ, ਸਾਡਾ ਕੌਣ ਬੰਦਾ ਯੂਐਨਓ 'ਚ ਜਾ ਕੇ ਲੜੇਗਾ? ਕਿਵੇਂ ਆਰਗੂਮੈਂਟ ਕਰੋਗੇ ਤੁਸੀਂ? ਕਿਵੇਂ ਉਹ ਦੱਸੇਗਾ ਕਿ ਅਸੀਂ ਇੱਕ ਵੱਖਰੀ ਕੌਮ ਆ? ਸਾਡੇ ਹੀ ਲੋਕਾਂ ਨੇ ਸਾਡੀ ਵੱਖਰੀ ਕੌਮੀਅਤ ਨੂੰ ਮਿੱਟੀ ਘੱਟੇ 'ਚ ਰੋਲ ਦਿੱਤਾ। 47 ਵੇਲੇ 3 ਕੌਮਾਂ ਮੰਨੀਆਂ ਗਈਆਂ ਸੀਆਂ, ਤੀਜੀ ਕੌਮ ਦੀ ਅਸੀਂ ਪਰਵਾਹ ਹੀ ਨਹੀਂ ਕੀਤੀ। ਅਸੀਂ ਅੱਖਾਂ ਮੀਚ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਿੱਛੇ ਲੱਗੇ ਰਹੇ ਹਾਂ ਔਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਾਡਾ ਸਭ ਕੁਝ ਰੋਲਤਾ, ਸਾਡੀ ਸਾਰੀ ਇਕਨੋਮੀ ਖਰਾਬ ਕਰਤੀ, ਸਾਡਾ ਪੰਜਾਬ ਟੋਟੇ ਟੋਟੇ ਕਰ ਦਿੱਤਾ। ਜਿਹੜਾ ਸੁੱਖ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਪੂਰਬੀ ਪੰਜਾਬ ਬਚਿਆ ਹੋਇਆ ਭਾਰਤ ਦੇ ਹਵਾਲੇ ਹੋਇਆ ਸੀ, ਉਹਦੇ 3 ਟੁਕੜੇ ਕਰ ਦਿੱਤੇ ਨੇ ਇਹਨਾਂ ਲੋਕਾਂ ਨੇ, ਭਾਰਤੀ ਸਰਕਾਰ ਨੇ। ਕੀ ਪੂਰਬੀ ਪੰਜਾਬ ਨੂੰ ਅਸੀਂ ਇਸ ਕਰਕੇ ਭਾਰਤ ਨਾਲ ਲਾਇਆ ਸੀ ਕਿ ਉਹ ਭਾਰਤ ਸਰਕਾਰ ਆਪਣੀ ਮਰਜ਼ੀ ਨਾਲ ਇਹਦੇ 3-4 ਟੁਕੜੇ ਕਰ ਦੇਵੇ? ਕੀ ਪੂਰਬੀ ਪੰਜਾਬ ਦੇ ਵਿੱਚੋਂ ਹਰਿਆਣਾ ਕੱਢਣ ਲਈ ਅਸੀਂ ਇਹਨੂੰ ਪੂਰਬੀ ਭਾਰਤ ਵਿੱਚ ਮਿਲਾਇਆ ਸੀ? ਕੀ ਪੂਰਬੀ ਪੰਜਾਬ ਦੇ ਵਿੱਚੋਂ ਹਿਮਾਚਲ ਦਾ ਸੂਬਾ ਬਣਾਉਣ ਲਈ ਅਸੀਂ ਇਹਨੂੰ ਭਾਰਤ ਵਿੱਚ ਮਿਲਾਇਆ ਸੀ? ਕੀ ਪੂਰਬੀ ਪੰਜਾਬ ਵਿੱਚੋਂ ਇਹਦੀ ਰਾਜਧਾਨੀ ਖੋਹਣ ਲਈ ਅਸੀਂ ਇਹਨੂੰ ਭਾਰਤ ਵਿੱਚ ਮਿਲਾਇਆ ਸੀ? ਇਹ ਗੱਲਾਂ ਇੱਥੇ ਇੰਡੀਅਨ ਗਵਰਨਮੈਂਟ ਕਦੇ ਹੱਲ ਨਹੀਂ ਕਰੇਗੀ। ਇਹ ਗੱਲਾਂ ਸਾਨੂੰ ਇਹ ਗੱਲਾਂ ਨੂੰ ਹੱਲ ਕਰਵਾਉਣ ਲਈ ਯੂਐਨਓ ਦਾ ਸਹਾਰਾ ਲੈਣਾ ਪੈਣਾ, ਭਾਵੇਂ ਅੱਜ ਲੈ ਲਓ, ਭਾਵੇਂ 5 ਸਾਲ ਨੂੰ ਲੈ ਲਓ। ਫਿਰ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਰਾਜਨੀਤੀ ਦਾ ਮਾਹਰ ਨਹੀਂ ਹੈ, ਸਾਡੇ ਕੋਲ ਇਤਿਹਾਸ ਦਾ ਮਾਹਰ ਨਹੀਂ ਹੈ, ਸਾਡੇ ਕੋਲੇ ਗੁਰਮਤਿ ਦਾ ਮਾਹਰ, ਫਿਰ ਭਾਈ ਤੁਸੀਂ ਆਪਣਾ ਕੇਸ ਯੂਐਨਓ 'ਚ ਕਿਵੇਂ ਲੈ ਕੇ ਜਾਓਗੇ? ਤੁਸੀਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਕਨਵਿੰਸ ਨਹੀਂ ਕਰ ਸਕਦੇ। ਤੁਸੀਂ ਤਾਂ ਇੰਡੀਅਨ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਕਨਵਿੰਸ ਨਹੀਂ ਕਰ ਸਕਦੇ। ਉਹਨੇ ਇੱਕ ਸਾਡੇ ਕੇਸ ਦੇ ਵਿੱਚ ਪੂਰੀ ਤਰ੍ਹਾਂ ਫੈਸਲਾ ਦੇ ਦਿੱਤਾ ਕਿ SYL ਨੂੰ ਕੱਢੋ ਪਹਿਲਾਂ। ਤੁਸੀਂ ਉੱਥੇ ਨਹੀਂ ਜਾ ਕੇ ਆਪਣੀ ਕੋਈ ਦਲੀਲ ਪੇਸ਼ ਕਰ ਸਕੇ, ਤੁਹਾਡੇ ਵਕੀਲ ਉੱਥੇ ਨਹੀਂ ਕੁਝ ਕਰ ਸਕੇ। ਜੇ ਸਾਨੂੰ ਆਪਣੀ ਕੌਮੀਅਤ ਦਾ ਸਵਾਲ ਯੂਐਨਓ ਵਿੱਚ ਲਿਜਾਣਾ ਪੈ ਗਿਆ, ਫਿਰ ਭਾਈ ਤੁਸੀਂ ਇਹਦੀ ਫਾਈਟ ਕਿਵੇਂ ਕਰੋਗੇ? ਸੋ ਇਹਨਾਂ ਗੱਲਾਂ ਨੂੰ ਇਹ ਕਹਿ ਕੇ ਹੀ ਨਹੀਂ ਸਰਨਾ ਸੁਖਵਿੰਦਰ ਕਿ ਜਥੇਦਾਰ ਨੇ ਕਿਹਾ ਸਾਡੀ ਕੌਮ ਕੋਲ ਕੋਈ ਰਾਜਨੀਤੀ ਦਾ ਮਾਹਰ ਨਹੀਂ ਹੈ ਜਾਂ ਸਾਡੀ ਕੌਮ ਕੋਲ ਕੋਈ ਇਤਿਹਾਸ ਦਾ ਮਾਹਰ ਨਹੀਂ ਹੈ, ਗੁਰਮਤਿ ਦਾ ਮਾਹਰ ਨਹੀਂ ਹੈ। ਇਹ ਗੱਲਾਂ ਕਹਿ ਕੇ ਨਹੀਂ ਸਰਨਾ। ਸਾਡੀ ਲੀਡਰਸ਼ਿਪ ਨੂੰ ਚੱਪਣੀ 'ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ। ਉਹਨੇ ਜਲੂਸ ਕੱਢ ਦਿੱਤਾ ਹੈ ਸਾਡੀ 100 ਸਾਲਾ ਜਥੇਬੰਦੀ ਦਾ, ਉਹਨੇ ਸਿੱਖ ਕੌਮ ਦਾ ਜਲੂਸ ਕੱਢ ਦਿੱਤਾ ਹੈ। ਅਸੀਂ ਤਾਂ ਬਹੁਤ ਵੱਡੇ ਵੱਡੇ ਪੱਧਰ ਤੇ, ਇੰਟਰਨੈਸ਼ਨਲ ਪੱਧਰ ਤੇ ਆਪਣੀ ਅਕਲ ਨੂੰ ਪੇਸ਼ ਕਰਨਾ ਸੀ ਦੁਨੀਆ ਦੇ
ਰਾਜਨੀਤਿਕ ਲੋਕਾਂ ਦੇ ਸਾਹਮਣੇ ਅਸੀਂ ਤਾਂ ਪੰਜਾਬ ਦੇ ਵਿੱਚ ਹੀ ਆਪਣੀ ਅਕਲ ਨਹੀਂ, ਆਪਣੀ ਮੁਹਾਰਤ ਨਹੀਂ ਦਰਸਾ ਸਕੇ। ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇੱਥੇ ਸਵਾਲ ਇਹ ਕਰਨਾ ਸੀ, ਜਦੋਂ ਤੁਸੀਂ ਅਕਾਲੀ ਦਲ ਦੀ ਸਿਆਸਤ ਦੀ ਗੱਲ ਆਪਾਂ ਕਰਦੇ ਆ ਤਾਂ ਅਕਾਲੀ ਦਲ ਕਿਸ ਤਰ੍ਹਾਂ ਦੀ ਹੋਵੇ, ਇਹ ਵੀ ਇੱਕ ਵੱਡਾ ਸਵਾਲ ਹੈ ਜਿਹਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਬਹੁਤੀ ਚਰਚਾ ਕੀਤੀ ਹੋਵੇ ਜਾਂ ਉਸ ਨੂੰ ਘੋਖਿਆ ਹੋਵੇ। 10 ਸਾਲ ਜਿਹੜਾ ਰਾਜ ਕੀਤਾ ਉਹ ਸਿਰਫ ਸੱਤਾ ਪ੍ਰਸਤ ਰਹਿ ਕੇ, ਕੁਰਸੀ ਪ੍ਰਸਤ ਰਹਿ ਕੇ ਕੀਤਾ ਗਿਆ। ਜਿਹੜੀ ਅਕਾਲੀ ਦਲ ਦੀ ਸੋਚ ਹੈ ਉਹਦੇ ਅਧੀਨ ਉਹ ਕੀ ਹੋਣੀ, ਮਤਲਬ ਕਿ ਕਿਸ ਤਰੀਕੇ ਦਾ ਉਹ ਰਾਜ ਹੈ ਜਿਹੜਾ ਸਿਆਸਤ ਹੈ ਜਿਹੜੀ ਹੋਣੀ ਚਾਹੀਦੀ ਸੀ? ਅਕਾਲੀ ਦਲ ਦਾ ਪਹਿਲਾ ਨਿਸ਼ਾਨਾ, ਭਾਵੇਂ 1920 ਦੇ ਅਕਾਲੀ ਦਲ ਦਾ ਖਰੜਾ ਪੜ੍ਹ ਲਓ, ਭਾਵੇਂ 1947 ਤੋਂ ਪਿੱਛੋਂ ਦੇ ਅਕਾਲੀ ਦਲਾਂ ਦਾ ਖਰੜਾ ਪੜ੍ਹ ਲਓ, ਭਾਵੇਂ ਆ ਰੀਸੈਂਟਲੀ 1984 85 ਤੋਂ ਪਿੱਛੋਂ ਵੀ ਜਿਹੜੇ ਸੰਵਿਧਾਨ ਇਹਨਾਂ ਨੇ ਬਣਾਏ ਨੇ, ਭਾਵੇਂ ਉਹਦੇ ਖਰੜੇ ਪੜ੍ਹ ਲਓ। ਪਹਿਲਾ ਨਿਸ਼ਾਨਾ ਅਕਾਲੀ ਦਲ ਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿੱਤਾਂ ਦੀ ਪੂਰਤੀ ਕਰਨੀ ਹੈ। ਪੰਥਕ ਹਿੱਤਾਂ ਦੀ, ਪੰਥਕ ਹਿੱਤ ਉਹ ਨੇ ਜਿਹੜੇ ਸਿੱਖ ਕੌਮ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਕੇ ਜਾਂਦੇ ਨੇ। ਅਸੀਂ ਕਹਿੰਦੇ ਆ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਜਿਸ ਤਰ੍ਹਾਂ ਸਾਡੇ ਖਾਲਸਾ ਪੰਥ ਦੇ ਝੂਲ ਦੇ ਨਿਸ਼ਾਨ ਰਹਿਣੇ ਚਾਹੀਦੇ ਨੇ, ਨਿਸ਼ਾਨਾਂ ਦੀ ਬੁਲੰਦੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਸ਼ੇ ਤੇ ਉਦੇਸ਼ਾਂ ਦੇ ਇਹ ਮਤਲਬ ਬੁਲੰਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਪੰਥ ਹਰ ਰੋਜ਼ ਚੜ੍ਹਦੀਆਂ ਕਲਾਂ 'ਚ ਜਾਵੇ, ਸਿੱਖ ਕੌਮ ਚੜ੍ਹਦੀਆਂ ਕਲਾਂ 'ਚ ਜਾਵੇ। ਜਿੰਨੇ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਹੱਲ ਕਰਵਾਏ ਜਾਣ, ਜਿੰਨੇ ਪੰਜਾਬ ਦੇ ਮਸਲੇ ਨੇ ਉਹ ਸਾਰੇ ਹੱਲ ਕਰਵਾਏ ਜਾਣ। ਹੱਲ ਕਰਵਾਉਣੇ ਤਾਂ ਇੱਕ ਪਾਸੇ, ਹੱਲ ਕਰਵਾਉਣੇ ਤਾਂ ਸਿੱਖ ਕੌਮ ਦੇ ਮਸਲੇ ਇੱਕ ਪਾਸੇ ਰਹੇ। ਅਸੀਂ, ਸਾਡੀ ਲੀਡਰਸ਼ਿਪ ਨੇ ਤਾਂ ਉਹਨਾਂ ਮਸਲਿਆਂ ਨੂੰ ਟੱਚ ਵੀ ਨਹੀਂ ਕੀਤਾ। ਸਾਡੀ ਲੀਡਰਸ਼ਿਪ ਨੇ ਤਾਂ ਉਹਨਾਂ ਮਸਲਿਆਂ ਨੂੰ ਟੱਚ ਵੀ ਨਹੀਂ ਕੀਤਾ। ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਇੱਕ ਸਿੱਖ ਕੌਮ ਦਾ ਸਭ ਤੋਂ ਵੱਡਾ ਮਸਲਾ ਦੱਸਦਾ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, 47 'ਚ ਅਸੀਂ ਇੱਕ ਵੱਖਰੀ ਕੌਮ ਤੇ, ਜਦੋਂ ਅਸੀਂ 47 ਤੋਂ ਬਾਅਦ ਇੰਡੀਆ 'ਚ ਸ਼ਾਮਲ ਹੋ ਗਏ, ਸਾਡਾ ਵੱਖਰੀ ਕੌਮ ਦਾ ਤਾਂ ਜਿਹੜਾ ਦਰਜਾ ਸੀ ਉਹ ਵਿੱਚ ਹੀ ਰੁਲ ਗਿਆ। ਸਾਨੂੰ ਤਾਂ ਪੰਜਾਬੀ ਸੂਬਾ ਵੀ ਨਹੀਂ ਕਿਸੇ ਨੇ ਬਣਾ ਕੇ ਦਿੱਤਾ। ਇੱਥੇ ਪੰਜਾਬੀ ਸੂਬਾ ਵੀ ਨਹੀਂ ਕਿਸੇ ਨੇ ਬਣਾ ਕੇ ਦਿੱਤਾ। ਬੋਲੀ ਦੇ ਆਧਾਰ ਤੇ ਵੱਖਰੀ ਕੌਮ ਦਾ ਦਰਜਾ ਕਿੱਥੇ ਰਹਿ ਜਾਊਗਾ? ਵੱਖਰੀ ਕੌਮ ਦੇ ਦਰਜੇ ਨੂੰ ਦਰਸਾਉਣ ਲਈ ਇਹ ਜ਼ਰੂਰੀ ਸੀ ਕਿ ਇੰਡੀਆ ਦੇ ਵਿੱਚ ਸਿੱਖ ਕੌਮ ਆਪਣੀ ਸੁਤੰਤਰਤਾ ਰੱਖ ਕੇ ਵਿਚਰਦੀ। ਇੰਡੀਆ ਦੇ ਵਿੱਚ ਸਿੱਖ ਕੌਮ ਆਪਣੀ ਸੁਤੰਤਰਤਾ ਰੱਖ ਕੇ ਵਿਚਰਦੀ। ਸੁਤੰਤਰਤਾ ਰੱਖ ਕੇ ਕਿਵੇਂ ਵਿਚਰ ਸਕਦੀ ਸੀ? ਆਪਣੀ ਵੱਖਰੀ ਕੌਮੀਅਤ ਦਰਸਾ ਕੇ। ਸਾਡੇ ਸਿੱਖ ਅਧਿਕਾਰੀਆਂ ਨੂੰ ਆਜ਼ਾਦੀ ਤੋਂ 15 ਅਗਸਤ 1947 ਤੋਂ ਪਹਿਲਾਂ ਹੀ ਐਸਾ ਰਿਟਨ ਐਗਰੀਮੈਂਟ ਕਰਨਾ ਚਾਹੀਦਾ ਸੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਕਿ ਸਿੱਖ ਕੌਮ ਦਾ ਦਰਜਾ ਆਜ਼ਾਦ ਭਾਰਤ ਦੇ ਵਿੱਚ ਇੱਕ ਪੂਰੀ ਸੁਤੰਤਰ ਕੌਮ ਦਾ ਹੋਵੇਗਾ। ਸਿੱਖ ਨੂੰ ਇੱਕ ਵੱਖਰੀ ਕੌਮ ਮੰਨ ਕੇ ਇਹਦੇ ਨਾਲ ਰਾਜਨੀਤਿਕ ਵਰਤਾਓ ਕੀਤਾ ਜਾਵੇਗਾ। ਸਿੱਖ ਕੌਮ ਨੂੰ ਸੁਤੰਤਰ ਕੌਮ ਮੰਨ ਕੇ ਪਾਰਲੀਮੈਂਟ ਵਿੱਚ ਜੋ ਵੀ ਕਾਨੂੰਨ ਬਣਨਗੇ ਉਹ ਸਿੱਖਾਂ ਦੀ ਮਨਜ਼ੂਰੀ ਤੋਂ ਬਗੈਰ ਸਿੱਖਾਂ ਉੱਪਰ ਲਾਗੂ ਨਹੀਂ ਹੋਣਗੇ। ਮੈਂ ਇਸ ਗੱਲ ਨੂੰ ਫੇਰ ਦੁਬਾਰਾ ਦੁਹਰਾਉਣਾ, ਜੇ ਸਾਡਾ ਸੁਤੰਤਰ ਦਰਜਾ ਅਸੀਂ ਮਨਵਾਇਆ ਹੁੰਦਾ ਭਾਰਤ ਸਰਕਾਰ ਕੋਲੋਂ, ਤਾਂ ਮਨਵਾ ਕੇ ਇਹ ਜ਼ਰੂਰੀ ਸੀ ਕਿ ਜੋ ਪਾਰਲੀਮੈਂਟ ਦੇ ਵਿੱਚ ਰੀਪ੍ਰਜੈਂਟੇਸ਼ਨ ਸਿੱਖਾਂ ਦੀ ਹੋਣੀ ਸੀ ਉਹ ਸਿੱਖਾਂ ਵੱਲੋਂ ਹੀ ਚੁਣੀ ਜਾਣੀ ਚਾਹੀਦੀ ਸੀ। ਭਾਵੇਂ ਮੈਂਬਰ ਸਾਡੇ ਘੱਟ ਹੁੰਦੇ, ਭਾਵੇਂ ਮੈਂਬਰ ਪਾਰਲੀਮੈਂਟ 'ਚ ਵੱਧ ਹੁੰਦੇ, ਉਹਦੀ ਗੱਲ ਨਹੀਂ। ਜਦੋਂ ਉਹ ਸਿੱਖ ਕੌਮ ਵੱਲੋਂ ਚੁਣੇ ਹੋਏ ਹੋਣੇ ਸੀ ਤਾਂ ਗਿਣਤੀ ਦੀ ਗੱਲ ਨਹੀਂ ਹੈ, ਤਾਂ ਗੱਲ ਇਹ ਹੋਣੀ ਸੀ ਕਿ ਪਾਰਲੀਮੈਂਟ ਦਾ ਕੋਈ ਵੀ ਪਾਸ ਕੀਤਾ ਹੋਇਆ ਕਾਨੂੰਨ ਉਦੋਂ ਤੱਕ ਸਿੱਖਾਂ ਉੱਪਰ ਲਾਗੂ ਨਹੀਂ ਹੋਏਗਾ ਜਦ ਤੱਕ ਉਸ ਨੂੰ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਉਹਨੂੰ ਪਾਸ ਨਹੀਂ ਕਰਨਗੇ, ਉਹਨੂੰ ਪ੍ਰਵਾਨ ਨਹੀਂ ਕਰਨਗੇ। ਲੇਕਿਨ ਇਹ ਤਾਂ ਗੱਲ ਕਿਸੇ ਪਾਸੇ ਹੈ ਹੀ ਨਹੀਂ। ਇਹ ਤਾਂ ਗੱਲ ਨਾ ਕਿਸੇ ਨੇ ਮਨਵਾਈ ਹੈ, ਨਾ ਕਿਸੇ ਨੇ ਮੰਨੀ ਹੈ। 15 ਅਗਸਤ ਤੋਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਾਂਗਰਸੀਆਂ ਨੇ ਕਿ ਇੱਥੇ ਕੋਈ ਰਿਜ਼ਰਵੇਸ਼ਨ ਨਹੀਂ ਹੋਏਗੀ,
ਕੋਈ ਫਿਰਕਿਆਂ ਦੇ ਆਧਾਰ ਤੇ ਕੋਈ ਗਿਣਤੀ ਮਿਣਤੀ ਨਹੀਂ ਹੋਏਗੀ। ਇੱਥੇ ਸਾਂਝਾ ਵੋਟ ਪ੍ਰਣਾਲੀ ਹੋਏਗੀ। ਸਾਰੇ ਲੋਕ ਇੰਡੀਅਨ ਨਾਗਰਿਕ ਦੇ ਤੌਰ ਤੇ ਆਪਣੇ ਆਪਣੇ ਨੁਮਾਇੰਦਿਆਂ ਨੂੰ ਚੁਣਨਗੇ। ਉਹ ਸਾਰੇ ਹੀ ਛੱਡ ਗਏ, ਅਕਾਲੀ ਵੀ ਛੱਡ ਗਏ ਇਹਨਾਂ ਮੰਗਾਂ ਨੂੰ, ਜਿਹੜੇ ਮਤਲਬ ਜਿਨ੍ਹਾਂ ਕੋਲੋਂ ਉਮੀਦ ਸੀ ਉਹ ਵੀ ਸਾਰੇ ਛੱਡ ਗਏ। ਮਤਲਬ ਉਹ ਜਿਹੜੀ ਫਿਰਕੂ ਪ੍ਰਣਾਲੀ ਸੀ ਅੰਗਰੇਜ਼ਾਂ ਦੀ ਸ਼ੁਰੂ ਕੀਤੀ ਹੋਈ, ਜਿਹੜੇ ਫਿਰਕਿਆਂ ਦੇ ਆਧਾਰ ਤੇ ਨੁਮਾਇੰਦੇ ਨਿਯਤ ਕੀਤੇ ਹੋਏ ਸੀ, ਉਹ ਤਾਂ ਖਤਮ ਕਰਤੇ ਸਾਰੇ। ਦੂਜੀ ਗੱਲ ਅਸੀਂ ਇਹ ਕਰ ਸਕਦੇ ਸੀ ਆਜ਼ਾਦ ਭਾਰਤ ਦੇ ਵਿੱਚ ਸਿੱਖ ਕੌਮ ਦੀ ਆਜ਼ਾਦੀ ਦੀ, ਉਹ ਇਹ ਕਿ ਇੱਕ ਐਸੀ ਸਟੇਟ ਵਿਦਨ ਦੀ ਯੂਨੀਅਨ ਆਫ ਇੰਡੀਆ, ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਭਾਰਤ ਵਿੱਚ ਐਸੀ ਸਟੇਟ ਹੋਣੀ ਚਾਹੀਦੀ ਹੈ ਜਿੱਥੇ ਸਿੱਖ ਬਹੁ ਗਿਣਤੀ ਵਿੱਚ ਹੋਣ, ਜਿੱਥੇ ਸਿੱਖ ਆਪਣਾ ਪ੍ਰਬੰਧ ਆਪ ਕਰ ਸਕਦੇ ਹੋਣ। ਉਸ ਸਿੱਖ ਸਟੇਟ ਦਾ ਸੰਬੰਧ ਭਾਰਤ ਦੇ ਕੇਂਦਰ ਨਾਲ ਇਸ ਤਰ੍ਹਾਂ ਦਾ ਹੋਵੇਗਾ ਕਿ ਉਹ ਫੈਡਰਲ ਕਿਸਮ ਦਾ ਹੋਵੇਗਾ। ਜਿਹੜੇ ਨੈਸ਼ਨਲ ਪੱਧਰ ਦੇ ਜਿਹੜੇ ਮਸਲੇ ਨੇ ਸੈਂਟਰ ਕੋਲ ਉਹੀ ਹੋਣਗੇ, ਸਟੇਟ ਦੇ ਜਿਹੜੇ ਆਪਣੇ ਮਸਲਿਆਂ ਦੇ ਵਿੱਚ ਉਹ ਸਟੇਟ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੋਵੇਗੀ, ਪੂਰੀ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਆਪਣਾ ਪ੍ਰਬੰਧ ਆਪ ਕਰ ਸਕੇਗੀ। ਮਤਲਬ ਇਸ ਕਿਸਮ ਦਾ ਕੋਈ ਬੰਨ ਨੂੰ ਬੰਨਿਆ ਜਾਣਾ ਚਾਹੀਦਾ ਸੀ 15 ਅਗਸਤ ਤੋਂ ਪਹਿਲਾਂ। ਜੇ 15 ਅਗਸਤ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਬੰਨ ਨੂੰ ਨਹੀਂ ਬੰਨਿਆ ਗਿਆ ਤਾਂ 15 ਅਗਸਤ ਤੋਂ ਤੁਰੰਤ ਬਾਅਦ ਬੰਨ ਲੈਣਾ ਸੀ। ਸੁਖਵਿੰਦਰ ਜੀ, ਇਸ ਤੋਂ ਵੱਡੀ ਟ੍ਰੈਜਡੀ ਹੋਰ ਕੀ ਹੋ ਸਕਦੀ ਹੈ ਕਿ 15 ਅਗਸਤ ਨੂੰ ਰਾਤ ਨੂੰ ਜਦੋਂ ਪੰਜਾਬ ਸਰਕਾਰ ਨੇ ਸਹੁੰ ਚੁੱਕੀ ਸੀ, ਉਹਦਾ ਨਾ ਗਵਰਨਰ ਸਿੱਖ ਸੀ, ਨਾ ਉਹਦਾ ਮੁੱਖ ਮੰਤਰੀ ਸਿੱਖ ਸੀ, ਨਾ ਉਹਦਾ ਗਵਰਨਰ ਸਿੱਖ ਸੀ, ਨਾ ਉਹਦਾ ਮੁੱਖ ਮੰਤਰੀ ਸਿੱਖ ਸੀ। ਮੁੱਖ ਮੰਤਰੀ ਗੋਪੀ ਚੰਦ ਭਾਰਗੋ ਸੀ, ਗਵਰਨਰ ਸ਼ਾਇਦ ਚੰਦੂ ਲਾਲ ਤ੍ਰਿਵੇਦੀ ਸੀ। ਮਤਲਬ ਦੋਨਾਂ ਚੋਂ ਕੋਈ ਵੀ ਸਿੱਖ ਨਹੀਂ ਸੀ। ਕਮਾਲ ਦੀ ਗੱਲ ਹੈ। ਸਿੱਖ ਕਿੱਥੇ ਰਹਿ ਗਏ? ਸਿੱਖ ਕਿੱਥੇ ਰਹਿ ਗਏ? ਜਦੋਂ ਸੈਂਟਰ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਪ੍ਰਧਾਨ ਮੰਤਰੀ ਸਹੁੰ ਚੁੱਕ ਰਿਹਾ ਸੀ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ, ਉੱਥੇ ਕੋਈ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਸੀ। ਮਾਸਟਰ ਤਾਰਾ ਸਿੰਘ ਹੈ ਹੀ ਨਹੀਂ ਸੀ ਉੱਥੇ। ਜੇ ਆਜ਼ਾਦ ਭਾਰਤ ਦੀ ਸਰਕਾਰ ਪ੍ਰਧਾਨ ਮੰਤਰੀ ਜਦੋਂ 15 ਅਗਸਤ ਦੀ ਅੱਧੀ ਰਾਤ ਤੋਂ ਪਿੱਛੋਂ ਉਹ ਸਹੁੰ ਚੁੱਕ ਰਿਹਾ ਸੀ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਦੀ, ਜਿਹੜਾ ਸਿੱਖਾਂ ਦਾ ਨੁਮਾਇੰਦਾ ਸੀ ਮਾਸਟਰ ਤਾਰਾ ਸਿੰਘ, ਨਾ ਉਹਨੂੰ ਇਨਵਾਈਟ ਕੀਤਾ ਗਿਆ, ਨਾ ਉਹਨੂੰ ਬੁਲਾਇਆ ਗਿਆ, ਉਹ ਉੱਥੇ ਹੈ ਹੀ ਨਹੀਂ ਸੀ। ਸਾਡੇ ਤਾਂ ਇੱਥੇ ਉਜਾੜਾ ਪਿਆ ਸੀ, ਕਟਾ ਵੱਢ ਹੋ ਰਹੀ ਸੀ, ਕੌਮ ਉਜਾੜੀ ਗਈ ਸੀ, ਸਭ ਕੁਝ ਖੋਹ ਲਿਆ ਗਿਆ ਸੀ, ਲੀਰੋ ਲੀਰ ਹੋਈ ਕੌਮ, ਨੰਗ ਮਲੰਗ ਹੋਈ। ਉਹ ਮਤਲਬ ਅਮੀਰਾਂ ਦੀ ਕੌਮ ਨੰਗ ਮਲੰਗ ਹੋਈ, ਰੋਂਦੀ ਪਿੱਟਦੀ ਇੱਥੇ ਆ ਰਹੀ ਸੀ। ਸਾਡੇ ਹੱਥ ਪੱਲੇ ਕੀ ਪਿਆ ਸੀ? ਪੰਜਾਬ 62% ਪੰਜਾਬ ਅਸੀਂ ਗਵਾਏ। ਉਧਰ 62 ਆਪਦੀਆਂ ਸਾਰੀਆਂ ਜਗੀਰਾਂ ਤੇ ਮਰੱਬੇ ਗਵਾਏ, ਆਪਦੀਆਂ ਹਵੇਲੀਆਂ ਗਵਾਏ, ਸਭ ਕੁਝ ਹੀ ਗਵਾਤਾ। ਜਿਹੜਾ ਸਾਡਾ ਹਿਸਟੋਰੀਕਲ ਪੰਜਾਬ ਸੀ, ਜਿੱਥੇ ਅਸੀਂ ਰਾਜ ਕੀਤਾ ਸੀ, ਜਿਹੜੀ ਰਾਜਧਾਨੀ ਸਾਡੇ ਖਾਲਸਾ ਰਾਜ ਦੀ ਰਾਜਧਾਨੀ ਸੀ, ਸਭ ਗਵਾਏ। ਉਹ ਤੁਸੀਂ ਭਲੇ ਮਾਨਸੋ ਖੱਟਿਆ ਕੀ ਹੈ? ਜਥੇਦਾਰ ਨੂੰ ਮੈਂ ਪੁੱਛਦਾ, ਤੁਸੀਂ ਲਿਆ ਕੀ ਹੈ 1947 ਵਿੱਚ? ਜਿਨ੍ਹਾਂ ਲੋਕਾਂ ਨੇ ਸਿੱਖਾਂ ਦੀ ਅਗਵਾਈ ਕੀਤੀ ਹੋਈ ਸੀ, ਤੁਸੀਂ ਕਦੇ ਇਹਨਾਂ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਸੀਂ 47 ਚ ਲਿਆ ਕੀ ਹੈ? ਜਿਨ੍ਹਾਂ ਲੋਕਾਂ ਨੇ ਅੱਜ 100 ਸਾਲਾ ਸ਼੍ਰੋਮਣੀ ਅਕਾਲੀ ਦਲ ਦਾ ਆਹ ਹਾਲ ਕਰ ਦਿੱਤਾ ਕਿ ਉਹ ਇੱਕ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣ ਗਏ, ਘੋਨਿਆਂ ਮੋਨਿਆਂ ਵਾਲੇ ਬੰਦਿਆਂ ਦੀ ਪਾਰਟੀ ਬਣ ਗਏ। ਇਹਨਾਂ ਨੂੰ ਕਦੇ ਪੁੱਛਿਆ ਕਿ ਤੁਸੀਂ ਕਿਹਦੋਂ ਪੁੱਛ ਕੇ ਇਹਨੂੰ ਪੰਜਾਬੀ ਪਾਰਟੀ 'ਚ ਕਨਵਰਟ ਕੀਤਾ? ਇੱਕ ਮਿੰਟ, ਤੁਸੀਂ ਕਿਹਦੋਂ ਪੁੱਛ ਕੇ ਇਹਨੂੰ ਪੰਜਾਬੀ ਪਾਰਟੀ 'ਚ ਕਨਵਰਟ ਕੀਤਾ? ਪੰਥਕ ਹਿੱਤ ਕਿੱਧਰ ਗਏ? ਪੰਥਕ ਹਿੱਤਾਂ ਦਾ ਜਿਹੜਾ ਨਿਸ਼ਾਨਾ ਪੂਰਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ, ਉਹ ਛੱਡਿਆ ਕਿਉਂ ਹੈ ਤੁਸੀਂ? ਚੰਡੀਗੜ੍ਹ ਨੂੰ ਕਿਉਂ ਨਹੀਂ ਹੁਣ ਤੱਕ ਤੁਸੀਂ ਹਾਸਲ ਕੀਤਾ? 57 ਸਾਲ ਹੋ ਗਏ, ਇੱਕ ਸਦੀ, ਅੱਧੀ ਸਦੀ ਹੋ ਗਈ, ਅੱਧੀ ਸਦੀ ਦੇ ਵਿੱਚ ਇੱਕ ਪੂਰੀ ਪੀੜ੍ਹੀ ਖਤਮ ਹੋ ਜਾਂਦੀ ਹੈ। ਮਤਲਬ ਜਿਹੜੀ ਇੱਕ ਪੀੜ੍ਹੀ ਸੀ ਪੁਰਾਣੀ, ਉਹ ਖਤਮ ਹੋ ਗਈ ਹੈ। ਨਵੀਂ ਪੀੜ੍ਹੀ ਨੂੰ ਕੋਈ ਪਤਾ ਨਹੀਂ ਚੰਡੀਗੜ੍ਹ ਦਾ ਮਤਲਬ ਕੀ ਹੈ, ਪੰਜਾਬ ਦੀ ਰਾਜਧਾਨੀ ਦਾ ਮਤਲਬ ਕੀ ਹੈ। ਅਜੇ ਤੱਕ ਇਹ ਰਾਜਧਾਨੀ ਨਹੀਂ ਹਾਸਲ ਕਰ ਸਕੇ। ਕੀ ਦਿੱਕਤ ਹੈ ਜੀ ਇਹਨਾਂ ਨੂੰ?
ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹੜੀ ਇਹੋ ਜਿਹੀ ਦਿੱਕਤ ਆ ਗਈ ਜਿਹੜੀ ਇਹ ਅਜੇ ਤੱਕ ਆਪਣੀ ਰਾਜਧਾਨੀ ਵੀ ਹਾਸਲ ਨਹੀਂ ਕਰ ਸਕੇ। ਆਲ ਇੰਡੀਆ ਗੁਰਦੁਆਰਾ ਐਕਟ ਇੱਕ ਐਸੀ ਮੱਦ ਸੀ ਸਿੱਖ ਕੌਮ ਦੀ ਸੁਤੰਤਰਤਾ ਨੂੰ ਦਰਸਾਉਣ ਵਾਲੀ, ਜੇ ਇਹਨੂੰ ਪੂਰੀ ਕਰਵਾ ਲਿਆ ਜਾਂਦਾ ਤਾਂ ਸਿੱਖ ਕੌਮ ਦਾ ਕਾਫੀ ਹੱਦ ਤੱਕ ਇੱਕ ਸੁਤੰਤਰ ਸਟੇਟਸ ਦਿਖਾਇਆ ਜਾ ਸਕਦਾ ਸੀ। ਆਲ ਇੰਡੀਆ ਗੁਰਦੁਆਰਾ ਐਕਟ ਦਾ ਮਤਲਬ ਹੈ ਕਿ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਦਾ ਇੱਕੋ ਐਕਟ ਦੇ ਅਧੀਨ ਪ੍ਰਬੰਧ ਹੋਵੇ। ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਪੰਜਾਬ, ਹਰਿਆਣਾ ਤੇ ਹਿਮਾਚਲ ਦੀ ਹੀ ਹੈ ਜਾਂ ਚੰਡੀਗੜ੍ਹ ਦੇ ਇੱਕ ਅੱਧੇ ਗੁਰਦੁਆਰੇ ਦੀ ਹੈ। ਆਲ ਇੰਡੀਆ ਗੁਰਦੁਆਰਾ ਐਕਟ ਜੇ ਬਣ ਜਾਵੇ ਤਾਂ ਇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਵਿੱਚੋਂ ਵਿਸਥਾਰ ਰੂਪ ਲੈਂਦਾ ਹੋਇਆ ਸਾਰੇ ਹਿੰਦੁਸਤਾਨ ਦਾ ਰੂਪ ਬਣ ਜਾਣਾ ਸੀ। ਹੁਣ ਜਿਹੜਾ ਸਾਰੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਅਧੀਨ ਜਿਹੜਾ ਸਰਵ ਹਿੰਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣਾ ਸੀ ਸੁਖਵਿੰਦਰ, ਉਹਨੇ ਇੱਕ ਨੈਸ਼ਨਲ ਪੱਧਰ ਦੀ ਸਿੱਖ ਪਰਸਨੈਲਿਟੀ ਹੋਣਾ ਸੀ। ਸਿੱਖ ਪਰਸਨੈਲਿਟੀ, ਕਨਸਟੀਟਿਊਸ਼ਨਲ ਅਧਿਕਾਰਾਂ ਵਾਲੀ ਸਿੱਖ ਪਰਸਨੈਲਿਟੀ ਹੋਣਾ ਸੀ। ਇਹਦੇ ਨਾਲ ਕਾਫੀ ਹੱਦ ਤੱਕ ਸਿੱਖ ਕੌਮ ਦਾ ਇੱਕ ਸੁਤੰਤਰ ਸਟੇਟਸ ਅਸੀਂ ਐਸਟੈਬਲਿਸ਼ ਕਰ ਸਕਦੇ ਸੀ। ਇਹ ਲੋਕ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਵੀ ਨਹੀਂ ਬਣਾ ਸਕਦੇ। ਕਿਉਂ ਨਹੀਂ ਬਣਾਇਆ? ਸ਼੍ਰੋਮਣੀ ਅਕਾਲੀ ਦਲ ਦੇ ਇਹ ਲੋਕ ਜਿਉਂਦੇ ਨੇ ਅਜੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਹੈ, ਜਿਹਨੇ ਪਾਰਲੀਮੈਂਟ ਦੇ ਜਿਹਦੇ ਹੁੰਦਿਆਂ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਹਾਡੇ ਚੈਨਲ ਦੇ ਜ਼ਰੀਏ, ਆਲ ਇੰਡੀਆ ਗੁਰਦੁਆਰਾ ਐਕਟ ਦਾ ਜਿਹੜਾ ਖਰੜਾ ਤਿਆਰ ਕੀਤਾ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਜਦੋਂ ਇਹ ਸਰਬ ਸਮਰੱਥ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਉਦੋਂ ਪਾਸ ਕੀਤਾ ਗਿਆ ਸੀ। ਉਦੋਂ ਟੌੜਾ ਸਾਹਿਬ ਵੀ ਸਨ ਤੇ ਉਹ ਪਾਸ ਕੀਤਾ ਹੋਇਆ ਖਰੜਾ ਆਲ ਇੰਡੀਆ ਗੁਰਦੁਆਰਾ ਐਕਟ ਦਾ ਇਹਨਾਂ ਸਾਰਿਆਂ ਨੇ ਪਾਰਲੀਮੈਂਟ ਦੇ ਵਿੱਚ ਦਾਖਲ ਕਰਵਾ ਦਿੱਤਾ ਸੀ, ਪਾਰਲੀਮੈਂਟ ਦੇ ਮੇਜ਼ ਤੇ ਰੱਖ ਦਿੱਤਾ ਸੀ। ਪਾਰਲੀਮੈਂਟ ਨੇ ਇਹ ਯਕੀਨ ਦਿਵਾਇਆ ਸੀ ਕਿ ਇਹਨੂੰ ਆਉਂਦੇ ਸਮੇਂ ਦੇ ਵਿੱਚ ਪਾਰਲੀਮੈਂਟ 'ਚ ਪੇਸ਼ ਕੀਤਾ ਜਾਵੇਗਾ ਤੇ ਇਹਨੂੰ ਵਿਚਾਰਿਆ ਜਾਵੇਗਾ ਤੇ ਇਹਦੇ ਆਧਾਰ ਤੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾ ਦਿੱਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ, ਅੱਜ ਜਿਉਂਦਾ ਹੈ? ਅਜੇ ਉਹ ਅਜੇ ਜਿਉਂਦਾ ਹੈ, ਦੱਸ ਸਕਦਾ ਹੈ। ਮੇਰੀ ਜਥੇਦਾਰ ਸਾਹਿਬ ਨੂੰ ਅਪੀਲ ਹੈ, ਜਥੇਦਾਰ ਸਾਹਿਬ ਨੂੰ ਮੇਰੀ ਬੇਨਤੀ ਹੈ, ਜਥੇਦਾਰ ਸਾਹਿਬ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ। ਮੈਂ ਉਹਨਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ, ਮੈਂ ਉਹਨਾਂ ਨੂੰ ਬਹੁਤ ਸਰਵ ਉੱਚ ਪਰਸਨੈਲਿਟੀ ਸਮਝਦਾ ਹਾਂ। ਅਕਾਲੀ ਮੰਨਣ ਭਾਵੇਂ ਨਾ ਮੰਨਣ, ਪਰ ਮੇਰੀਆਂ ਨਜ਼ਰਾਂ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਵੱਡੀ ਪਰਸਨੈਲਿਟੀ ਨੇ, ਸਿੱਖ ਕੌਮ ਦੀ ਸੋਵਰਨ ਪਰਸਨੈਲਿਟੀ ਨੇ। ਮੈਂ ਉਹਨਾਂ ਨੂੰ ਸੋਵਰਨ ਪਰਸਨੈਲਿਟੀ ਮੰਨ ਕੇ ਉਹਨਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ, ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣ, ਉਹਨਾਂ ਨੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਖਰੜਾ ਕਿਉਂ ਨਹੀਂ ਪਾਸ ਹੋਣ ਦਿੱਤਾ ਪਾਰਲੀਮੈਂਟ 'ਚ, ਕਿਉਂ ਨਹੀਂ ਪੇਸ਼ ਹੋਣ ਦਿੱਤਾ ਪਾਰਲੀਮੈਂਟ? ਅਜੇ ਵੀ ਪਾਰਲੀਮੈਂਟ 'ਚ ਪਿਆ ਉਹ। ਜਥੇਦਾਰ ਸਾਹਿਬ ਜੀ ਸਿੰਘ ਸਾਹਿਬ, ਆਲ ਇੰਡੀਆ ਗੁਰਦੁਆਰਾ ਐਕਟ ਦਾ ਪਾਸ ਕੀਤਾ ਹੋਇਆ ਖਰੜਾ, ਇੱਕ ਕਮਿਸ਼ਨ ਰਾਹੀਂ ਪਾਸ ਕੀਤਾ ਹੋਇਆ ਖਰੜਾ, ਸਿੱਖਾਂ ਰਾਹੀਂ, ਸਿੱਖ ਜਥੇਬੰਦੀਆਂ ਰਾਹੀਂ ਪਾਸ ਕੀਤਾ ਹੋਇਆ ਖਰੜਾ ਪਾਰਲੀਮੈਂਟ 'ਚ ਦਾਖਲ ਕਰਵਾਇਆ ਪਿਆ, ਲੇਕਿਨ ਪਤਾ ਨਹੀਂ ਕੀ ਕਾਰਨ ਹੈ ਕਿ ਉਹਨੂੰ ਚੁੱਕਿਆ ਨਹੀਂ ਜਾ ਰਿਹਾ, ਉਹਨੂੰ ਪਾਰਲੀਮੈਂਟ 'ਚ ਪੇਸ਼ ਨਹੀਂ ਕੀਤਾ ਜਾ ਰਿਹਾ। ਕਿਹਦੀ ਸ਼ਹਿ ਤੇ ਪੇਸ਼ ਨਹੀਂ ਕੀਤਾ ਜਾ ਰਿਹਾ? ਇਹ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਦੱਸਣ ਦੀ ਕਿ ਉਹਨੂੰ ਹੁਣ ਤੱਕ ਪੇਸ਼ ਕਿਉਂ ਨਹੀਂ ਕੀਤਾ ਜਾ ਰਿਹਾ। ਤੁਸੀਂ ਕਿਉਂ ਨਹੀਂ ਕੋਸ਼ਿਸ਼ ਕੀਤੀ ਉਹਨੂੰ ਪੇਸ਼ ਕਰਵਾਉਣ ਦੀ ਤੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਪਾਸ ਕਰਵਾਉਣ ਦੀ? ਪਹਿਲੀ ਗੱਲ ਤਾਂ ਸਿੰਘ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕੋਲੋਂ ਇਹ ਪੁੱਛੋ। ਪ੍ਰਕਾਸ਼ ਸਿੰਘ ਬਾਦਲ ਕੋਲੋਂ ਜੇ ਨਹੀਂ ਪੁੱਛਣਾ ਤਾਂ ਜਿਹੜਾ ਅੱਜ ਭੰਗ ਹੋਏ ਅਕਾਲੀ ਦਲ ਦਾ ਪ੍ਰਧਾਨ ਹੈ, ਭੰਗ ਹੋਏ ਅਕਾਲੀ ਦਲ ਦਾ ਪ੍ਰਧਾਨ ਹੈ, ਉਹਨੂੰ ਪੁੱਛੋ। ਉਹਦੀ ਜ਼ਿੰਮੇਵਾਰੀ ਬਣਦੀ ਹੈ ਜਵਾਬ ਦੇਣ ਦੀ। ਮੇਰਾ ਵੀ ਸਵਾਲ ਹੈ ਅੱਜ ਭੰਗ ਹੋਏ ਅਕਾਲੀ ਦਲ ਦੇ ਪ੍ਰਧਾਨ ਦੇ ਸਾਹਮਣੇ, ਮੈਂ ਖੁਦ ਸਵਾਲ ਕਰਦਾ, ਅਗਰ ਉਹ ਸੁਣ ਲੈਣ ਮੇਰਾ ਸਵਾਲ, ਕਿ ਉਹਨਾਂ ਨੇ ਹੁਣ ਤੱਕ ਪੇਸ਼ ਕੀਤਾ ਹੋਇਆ ਪਾਰਲੀਮੈਂਟ ਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਕਿਉਂ ਨਹੀਂ ਪਾਸ ਕਰਵਾਇਆ? ਕਿਉਂ ਨਹੀਂ ਪਾਸ ਕਰਵਾਇਆ? ਜਵਾਬ ਦੇਣ ਉਹ। ਮੇਰਾ ਸਵਾਲ ਹੈ ਉਹਨਾਂ ਨੂੰ। ਮਤਲਬ ਸਾਡੀ ਇਹ ਜਥੇਬੰਦੀ ਜਿਹਦੇ ਕੋਲੋਂ ਸਾਨੂੰ ਉਮੀਦਾਂ ਸੀਆਂ, ਉਸੇ ਜਥੇਬੰਦੀ ਨੇ ਇਹਨੂੰ ਦਬਾ ਕੇ ਰੱਖਿਆ ਹੋਇਆ ਹੈ। ਸੈਂਟਰ ਦੇ ਵਿੱਚ ਇਹਨਾਂ ਦੀ ਹੀ ਪੁੱਗਦੀ ਰਹੀ ਹੈ ਹੁਣ ਤੱਕ, ਸੈਂਟਰ ਦੇ ਵਿੱਚ ਬਾਦਲ ਪਰਿਵਾਰ ਦੀ ਹੀ ਪੁੱਗਦੀ ਰਹੀ ਹੈ।
ਭਾਵੇਂ ਵੱਡੇ ਬਾਦਲ ਸਾਹਿਬ ਹੋਣ, ਭਾਵੇਂ ਛੋਟਾ ਬਾਦਲ ਹੋਵੇ, ਪੁੱਗਦੀ ਇਹਨਾਂ ਦੀ ਹੀ ਰਹੀ ਹੈ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਲ ਇੰਡੀਆ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਕਿਉਂ ਨਹੀਂ ਪਾਸ ਹੋ ਸਕਿਆ। ਜੀ 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 ਹਾਂ, ਤੁਸੀਂ ਕਹੋ। ਪ੍ਰੋਫੈਸਰ ਮੇਰਾ ਆਖਰੀ ਸਵਾਲ ਇਹ ਹੈ ਕਿ ਬਹੁਤ ਸਵਾਲ ਇਸ ਉੱਤੇ ਵੈਸੇ ਤਾਂ ਬਣਦੇ ਨੇ। ਜਦੋਂ ਜਥੇਦਾਰ ਸਾਹਿਬ ਸਿਆਸਤ ਦੀ ਗੱਲ ਕਰਦੇ ਨੇ ਤਾਂ ਬਾਦਲਾਂ ਨੂੰ, ਜਦੋਂ ਬਾਦਲ ਵੀ ਕਹਿ ਦਿੰਦੇ ਨੇ ਕਿ ਅਸੀਂ ਜੀ 25 ਸਾਲ 5 ਵਾਰ ਜਿਹੜੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਅਸੀਂ ਲੰਮਾ ਸਮਾਂ ਰਾਜ ਕੀਤਾ, ਤੇ ਉਦੋਂ ਇਹਨਾਂ ਗੱਲਾਂ ਦੇ ਉੱਤੇ ਸਿੱਖ ਸਿਆਸਤ ਕਿਉਂ ਨਹੀਂ ਚੇਤੇ ਆਈ। ਠੀਕ ਹੈ, ਜਥੇਦਾਰ ਸਾਹਿਬ ਹੁਣ ਪਿਛਲੇ ਕੁਝ ਸਾਲਾਂ ਤੋਂ ਹੀ ਕਾਰਜਕਾਰੀ ਜਥੇਦਾਰ ਬਣੇ ਨੇ, ਪਰ ਫਿਰ ਵੀ ਇਹ ਸਵਾਲ ਅੱਜ ਪੁੱਛਣੇ ਲਾਜ਼ਮੀ ਨੇ, ਲੋਕ ਜਵਾਬ ਮੰਗਦੇ ਨੇ, ਤੇ ਇਹਦਾ ਜਵਾਬ ਜਿਹੜਾ ਹੈ ਉਹ ਜਨਤਕ ਤੌਰ ਦੇ ਉੱਤੇ ਹੋਣਾ ਚਾਹੀਦਾ। ਇਹ ਨਹੀਂ ਕਿ ਚਿੱਠੀ ਬੰਦ ਲਿਫਾਫੇ ਬੰਦ ਵਿੱਚ ਆਵੇ ਤੇ ਤੁਸੀਂ ਕਹੋ ਕਿ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਹੋ ਕੇ ਸਾਨੂੰ ਇਹ ਕਹਿ ਦਿੱਤਾ, ਆਪਣੀ ਗਲਤੀ ਮੰਨ ਲਈ, ਆਪਣੀ ਭੁੱਲ ਮੰਨ ਲਈ ਤੇ ਅਸੀਂ ਬਖਸ਼ਾ ਦਿੱਤਾ। ਨਹੀਂ, ਲੋਕ ਚਾਹੁੰਦੇ ਨੇ ਕਿ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਮੈਂ ਪ੍ਰੋਫੈਸਰ ਸਾਹਿਬ ਇੱਥੇ ਇੱਕ ਹੋਰ ਸਵਾਲ ਨਾਲ ਇਹ ਜੋੜਾਂ ਕਿ ਜਦੋਂ ਅੱਜ ਸਿੱਖ ਸਿਆਸਤ ਦੀ ਇਹ ਗੱਲ ਕਰਦੇ ਨੇ, ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਕਹਿੰਦੇ ਅਸੀਂ ਮੋਰਚਾ ਮੁਹਾਜ਼ ਖੜਾ ਕਰਨਾ। ਸਿੱਖਾਂ ਦੇ ਸਾਹਮਣੇ ਇੱਕ ਹੋਰ ਬਹੁਤ ਵੱਡਾ ਮਸਲਾ ਆ, ਬੇਅਦਬੀ ਦਾ ਮਸਲਾ। ਜਥੇਦਾਰ ਸਾਹਿਬ ਅੱਜ ਤੱਕ ਉਸ ਮਸਲੇ ਦੇ ਉੱਤੇ ਖੁੱਲ ਕੇ ਸਾਹਮਣੇ ਨਹੀਂ ਆਉਂਦੇ। ਉਹਦੇ ਬਾਰੇ ਮੋਰਚਾ ਕਿਉਂ ਨਹੀਂ ਵਿੱਢਦੇ, ਕਿਉਂ ਨਹੀਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣਾਉਂਦੇ? ਜਿਹੜੀਆਂ ਜਥੇਬੰਦੀਆਂ ਬੇਅਦਬੀ ਦੇ ਲਈ ਇਨਸਾਫ ਮੰਗਦੀਆਂ, ਉਹਨਾਂ ਦੇ ਵਿੱਚ ਜਾ ਕੇ ਕਿਉਂ ਨਹੀਂ ਬਹਿੰਦੇ? ਆਖਿਰਕਾਰ ਕਿਹੜੀਆਂ ਮਜਬੂਰੀਆਂ ਨੇ? ਕੀ ਇਹ ਸਿੱਖ ਸਿਆਸਤ ਦਾ ਹਿੱਸਾ ਨਹੀਂ? ਸੁਖਵਿੰਦਰ, ਗੱਲਾਂ ਤੁਹਾਡੀਆਂ ਬਹੁਤ ਲੰਬੀਆਂ ਨੇ, ਬਹੁਤ ਟਾਈਮ ਲੱਗ ਜਾਊਗਾ। ਮੈਂ ਥੋੜੇ ਸ਼ਬਦਾਂ ਵਿੱਚ ਹੀ ਗੱਲ ਨਿਬੇੜਨੀ ਚਾਹੁੰਦਾ। ਅਕਾਲੀ ਵਾਰ-ਵਾਰ ਕਹਿੰਦੇ ਨੇ ਕਿ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਬਣੇ ਨੇ। ਇਹੋ ਜਿਹੇ ਮੁੱਖ ਮੰਤਰੀ ਭਾਵੇਂ 20 ਵਾਰ ਬਣ ਜਾਣ, ਉਹ ਕੀ ਸਮਰਿਆ ਪੰਜਾਬ ਦਾ? 5 ਵਾਰ ਮੁੱਖ ਮੰਤਰੀ ਬਣ ਗਏ। ਵਾਕਿਆ ਹੀ ਇਹ ਇਤਿਹਾਸ ਦੇ ਵਿੱਚ ਮਾਣ ਕਰਨ ਵਾਲੀ ਗੱਲ ਹੈ। ਪਰ ਇਹਨਾਂ 5 ਵਾਰੀਆਂ ਦੇ ਮੁੱਖ ਮੰਤਰੀ ਬਣਨ ਸਮੇਂ ਉਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈ? ਇਸ ਤਰ੍ਹਾਂ ਤਾਂ ਭਾਵੇਂ ਤੁਸੀਂ 10 ਵਾਰੀ ਹੋਰ ਬਣ ਜਾਓ, ਉਹਦਾ ਮੀਨਿੰਗ ਕੀ ਹੈ? ਪੰਜਾਬ ਨੂੰ ਤੁਸੀਂ ਕਰਜ਼ਈ ਕਰਤਾ, ਪੰਜਾਬ ਨੂੰ ਖਾ ਗਏ ਲੁੱਟ ਕੇ। ਅਜੇ ਕਹਿੰਦੇ ਨੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ। ਓਏ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲੇ ਅਧਿਕਾਰ ਨਹੀਂ, ਤੁਸੀਂ ਬਿਨਾਂ ਅਧਿਕਾਰਾਂ ਤੋਂ ਹੀ ਪੰਜਾਬ ਨੂੰ ਲੁੱਟ ਕੇ ਖਾ ਗਏ। ਪੰਜਾਬ ਕੰਗਾਲ ਕਰਤਾ, ਅੱਜ ਕਰਜ਼ੇ ਥੱਲੇ ਦਬਿਆ ਹੋਇਆ ਪੰਜਾਬ ਹੈ। ਤੁਸੀਂ ਸਾਰੇ ਅਮੀਰ ਲੋਕ ਬਣੇ ਬੈਠੇ ਹੋ। ਤੁਸੀਂ ਪੰਜ ਵਾਰੀਆਂ ਦੀ ਮੁੱਖ ਮੰਤਰੀ ਵਿੱਚ ਕੀਤਾ ਕੀ ਹੈ? ਚੰਡੀਗੜ੍ਹ ਲਿਆ 5 ਵਾਰੀਆਂ ਦੀ ਮੁੱਖ ਮੰਤਰੀ ਵਿੱਚ, ਭਾਵੇਂ 20 ਵਾਰ ਮੁੱਖ ਮੰਤਰੀ ਬਣੀ ਜਾਓ। ਤੁਸੀਂ ਬੇਸ਼ਰਮ ਲੋਕੋ, ਜੇ ਤੱਕ ਤੁਸੀਂ ਚੰਡੀਗੜ੍ਹ ਨਹੀਂ ਲੈ ਸਕਦੇ, ਤੁਹਾਡੇ ਬਾਰ-ਬਾਰ ਮੁੱਖ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ। ਤੁਸੀਂ ਪਾਣੀ ਵਾਲਾ ਮਸਲਾ ਹੱਲ ਕਰਵਾਇਆ, ਤੁਸੀਂ ਆਪਣੇ ਬੰਦੀ ਸਿੰਘਾਂ ਨੂੰ ਆਪਣੇ ਕਾਰਜਕਾਲ ਦੇ ਦੌਰਾਨ ਛਡਵਾਇਆ, ਤੁਸੀਂ ਜਿੰਨੇ ਹੋਰ ਮਸਲੇ ਨੇ ਪੰਜਾਬ ਦੇ ਸਿੱਖਾਂ ਦੇ ਕੋਈ ਮਸਲਾ ਹੱਲ ਕਰਵਾਇਆ। ਮੈਂ ਪਹਿਲਾਂ ਵੀ ਤੁਹਾਡੇ ਜਰੀਏ ਕਹਿਣਾ ਹੁੰਨਾ, ਤੁਸੀਂ 25 ਸਾਲਾਂ ਤੋਂ ਬੀਜੇਪੀ ਦੇ ਨਾਲ ਬਰਾਬਰ ਦੇ ਭਾਈਵਾਲ ਰਹੇ ਹੋ, ਸੈਂਟਰ ਦੇ ਵਿੱਚ ਵੀ ਭਾਈਵਾਲ ਰਹੇ ਹੋ, ਪੰਜਾਬ ਦੇ ਵਿੱਚ ਬੀਜੇਪੀ ਨੂੰ ਬਰਾਬਰ ਦੀ ਭਾਈਵਾਲ ਬਣਾ ਕੇ ਰੱਖਿਆ ਹੋਇਆ, ਲੋੜ ਤੋਂ ਜ਼ਿਆਦਾ ਉਹਨੂੰ ਨੁਮਾਇੰਦਗੀ ਦੇ ਕੇ। ਉਹ ਤੁਸੀਂ ਕਦੇ ਕੋਈ ਪੰਜਾਬ ਦਾ ਮਸਲਾ ਹੱਲ ਕਰਵਾਇਆ ਬੀਜੇਪੀ ਕੋਲੋਂ? ਕਦੇ ਚੰਡੀਗੜ੍ਹ ਬਾਰੇ ਕਿਹਾ ਕਿ ਪੰਜਾਬ ਨੂੰ ਦਿਓ? ਕਦੇ ਵੀ ਕਿਹਾ? ਤੁਹਾਡੀ ਕੋਈ ਚਿੱਠੀ ਦਿਖਾ ਦਿਓ ਪ੍ਰਧਾਨ ਮੰਤਰੀ ਨੂੰ ਲਿਖੀ ਹੋਈ। ਕਦੇ ਪ੍ਰਧਾਨ ਮੰਤਰੀ ਨੂੰ SYL ਰੋਕਣ ਵਾਸਤੇ ਜਾਂ SYL ਨਹਿਰ ਦਾ ਮਸਲਾ ਹੱਲ ਕਰਨ ਵਾਸਤੇ ਕਦੇ ਤੁਸੀਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਹੈ? ਦਿਖਾ ਤਾਂ ਦਿਓ। ਕਦੇ ਕੈਬਨਿਟ ਦੇ ਵਿੱਚ ਤੁਸੀਂ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਹੈ? ਕਦੇ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਪਾਸ ਕਰਵਾਉਣ ਦੀ ਗੱਲ ਕੀਤੀ ਹੈ? ਕੋਈ ਐਗਜ਼ਾਮਪਲ ਤਾਂ ਦੇ ਦਿਓ ਤੁਸੀਂ। ਫਿਰ ਤੁਹਾਡੇ 25 ਸਾਲਾਂ ਦੇ ਵਿੱਚ ਜੇ ਤੁਸੀਂ 5 ਵਾਰ ਮੁੱਖ ਮੰਤਰੀ ਬਣ ਗਏ, ਮੈਂ ਤਾਂ ਇਹ ਕਹਿਣਾ, ਤੁਸੀਂ ਤਾਂ ਕਹਿੰਦੇ ਹੋ ਨਾ ਕਿ ਅਸੀਂ 5 ਵਾਰ ਮੁੱਖ ਮੰਤਰੀ ਬਣ ਗਏ, ਮੈਂ ਕਹਿੰਦਾ ਧਿਕਾਰ ਹੈ ਤੁਹਾਨੂੰ 5 ਵਾਰ ਮੁੱਖ ਮੰਤਰੀ ਬਣਨ ਦਾ। ਬੰਦਾ ਤਾਂ 1 ਵਾਰ ਮੁੱਖ ਮੰਤਰੀ ਬਣਿਆ ਹੋਇਆ ਵਾਧੂ ਹੁੰਦਾ। ਬੰਦਾ 1 ਵਾਰ ਹੀ ਮੁੱਖ ਮੰਤਰੀ ਬਣਿਆ ਹੋਇਆ ਵਾਧੂ ਹੁੰਦਾ। ਇਹ ਵਾਰ-ਵਾਰ ਤਾਂ ਮੁੱਖ ਮੰਤਰੀ ਬਣਨ ਦੀ ਲੋੜ ਨਹੀਂ ਪੈਂਦੀ, ਵਾਰ-ਵਾਰ ਤਾਂ ਓਏ ਕਰਾਉਣ ਦੀ ਲੋੜ ਹੁੰਦੀ ਹੈ। ਔਰ ਓਏ ਤੁਸੀਂ ਕਰਵਾ ਲਈ ਹੈ ਆਪਦੀ। ਜੋ ਹਾਲ ਅਕਾਲੀ ਦਲ ਦਾ ਕਰਤਾ, ਜਥੇਦਾਰ ਨੂੰ ਵੀ ਕਹਿਣਾ ਪੈ ਰਿਹਾ ਹੈ, ਜਥੇਦਾਰ ਸਾਹਿਬ, ਜੇ ਅੱਜ ਕੋਈ ਅਕਾਲੀਆਂ ਕੋਲੇ ਕੋਈ ਰਾਜਨੀਤੀਵਾਨ ਨਹੀਂ ਹੈ, ਕੋਈ ਇਤਿਹਾਸਕਾਰ ਨਹੀਂ ਹੈ, ਕੋਈ ਗੁਰਮਤਿ ਦਾ ਵਿਆਖਿਆਕਾਰ ਨਹੀਂ ਹੈ, ਤੁਸੀਂ ਲੈ ਕੇ ਆਓ। ਤੁਸੀਂ ਇਹਨਾਂ ਲੋਕਾਂ ਨੂੰ ਬਚਾ ਕੇ ਕਿਉਂ ਰੱਖਿਆ ਹੋਇਆ? ਪਹਿਲਾਂ ਤੁਸੀਂ ਇਹਨਾਂ ਲੋਕਾਂ ਨੂੰ ਬਚਾ ਕੇ ਰੱਖਿਆ ਗੁਰੂ ਗ੍ਰੰਥ ਸਾਹਿਬ ਦੀਆਂ ਜੋ ਬੀੜਾਂ ਦਾ ਘਪਲਾ ਕੀਤਾ ਸੀ। ਤੁਸੀਂ ਇੱਕ ਮਾਮੂਲੀ ਜੀ ਸਜ਼ਾ ਦੇ ਕੇ ਇਹਨਾਂ ਨੂੰ ਬਰੀ ਕਰ ਦਿੱਤਾ। ਇਹ ਮਾਮੂਲੀ ਸਜ਼ਾ ਵਾਲੀ ਗੱਲ ਸੀ? ਇਹਨਾਂ ਨੂੰ ਘਰੇ ਬਿਠਾਉਣਾ ਚਾਹੀਦਾ ਸੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਇਹਨਾਂ ਲੋਕਾਂ ਨੇ
ਗੁਰਮੀਤ ਰਾਮ ਰਹੀਮ ਨੂੰ ਮਾਫ ਕੀਤਾ ਸੀ, ਐਡੇ ਐਡੇ ਦੋਸ਼ਾਂ ਦੇ ਵਿੱਚ ਮਾਫ ਕਰਤਾ ਸੀ, ਮਾਫੀ ਦਿਵਾਉਣ ਦੀਆਂ ਗੱਲਾਂ ਕੀਤੀਆਂ ਸੀਆਂ। ਇਹ ਤਾਂ ਸਾਰੀ ਕੌਮ ਉੱਠ ਖੜੀ ਤਾਂ ਉਹ ਮਾਫੀ ਦਿਵਾਉਣ ਦੀਆਂ ਗੱਲਾਂ ਖਤਮ ਹੋ ਗਈਆਂ। ਤੁਸੀਂ ਦੇਖ ਲਓ ਕਿ ਤੁਹਾਡੇ ਅਕਾਲ ਤਖਤ ਦਾ ਫੈਸਲਾ ਕੀਤਾ ਹੋਇਆ ਕਿੱਧਰ ਗਿਆ, ਤੇ ਸੁਪਰੀਮ ਕੋਰਟ ਦਾ ਫੈਸਲਾ, ਹਾਈ ਕੋਰਟ ਦਾ ਕੀਤਾ ਹੋਇਆ ਫੈਸਲਾ, ਜਿਹੜੇ ਸੰਵਿਧਾਨ ਦੀਆਂ ਕੋਰਟਾਂ ਨੇ ਉਹਨਾਂ ਨੇ ਉਹਨੂੰ ਉਮਰ ਕੈਦ ਕਰ ਰੱਖੀ ਹੈ। ਐਸੇ ਬੰਦੇ ਨੂੰ ਜਿਹਨੂੰ ਸਾਡੀਆਂ ਕੋਰਟਾਂ ਨੇ, ਸਾਡੇ ਸੰਵਿਧਾਨ ਦੀਆਂ ਕੋਰਟਾਂ ਨੇ ਉਮਰ ਕੈਦ ਕਰਕੇ ਅੰਦਰ ਬੰਦ ਕੀਤਾ ਹੋਇਆ, ਤੁਸੀਂ ਉਸੇ ਬੰਦੇ ਨੂੰ ਅਕਾਲ ਤਖਤ ਤੋਂ ਮਾਫੀ ਮੰਗਾਉਣ ਦੇਣ ਲਈ ਤੁਸੀਂ ਕਿਹਾ ਸੀ ਆਪਦੇ ਜਥੇਦਾਰਾਂ ਨੂੰ। ਤੁਸੀਂ ਜਥੇਦਾਰਾਂ ਨੂੰ ਆਪਦੀ ਰਬੜ ਦੀ ਮੋਹਰ ਬਣਾ ਕੇ ਵਰਤਦੇ ਰਹੇ ਹੋ। ਤੁਹਾਡੇ 5 ਵਾਰ ਮੁੱਖ ਮੰਤਰੀ ਬਣਨ ਦਾ ਫਾਇਦਾ ਕੀ? ਤੁਹਾਡੇ ਇੰਨਾ ਲੰਮਾ ਸਮਾਂ, ਇੰਨੀ ਲੰਮੀ ਉਮਰ ਦਾ ਫਾਇਦਾ ਕੀ? ਤੁਸੀਂ ਤਾਂ ਕਲੰਕ ਲੱਗੇ ਹੋਏ ਹੋ ਸਿੱਖ ਕੌਮ ਤੇ। ਤੁਸੀਂ ਤਾਂ ਸਿੱਖ ਕੌਮ ਦਾ ਕੋਈ ਮਸਲਾ ਹੱਲ ਕਰਵਾ ਹੀ ਨਹੀਂ ਸਕੇ। ਜਥੇਦਾਰ ਸਾਹਿਬ ਦੇ ਚਰਨਾਂ 'ਚ ਮੇਰੀ ਬੇਨਤੀ ਹੈ, ਇਸ ਅਕਾਲੀ ਦਲ ਦੀ ਰਖਵਾਲੀ ਨਾ ਕਰੋ। ਜਥੇਦਾਰਾਂ ਵਾਂਗੂ ਬੋਲੋ, ਜਥੇਦਾਰਾਂ ਵਾਂਗੂ ਸੋਚੋ, ਜਥੇਦਾਰਾਂ ਵਾਂਗੂ ਵਿਚਰੋ। ਤੁਸੀਂ ਜਥੇਦਾਰਾਂ ਵਾਂਗੂ ਨਹੀਂ ਸੋਚ ਰਹੇ, ਨਹੀਂ ਵਿਚਰ ਰਹੇ। ਤੁਸੀਂ ਅਕਾਲੀਆਂ ਦੀ ਬੋਲੀ ਬੋਲ ਰਹੇ ਹੋ, ਗੋਲ ਮੋਲ ਬੋਲੀ ਬੋਲ ਰਹੇ ਹੋ। ਜੇ ਤੁਹਾਨੂੰ ਅਕਾਲੀ ਦਲ ਦਾ ਕੋਈ ਫਿਊਚਰ ਨਹੀਂ ਲੱਗਦਾ, ਇਹ ਕਹਿਣ ਦਾ ਮਤਲਬ ਇਹੀ ਹੈ ਕਿ ਨਾ ਸਾਡੇ ਕੋਲੇ ਕੋਈ ਗੁਣੀ ਗਿਆਨੀ ਹੈ, ਨਾ ਸਾਡੇ ਕੋਲੇ ਕੋਈ ਰਾਜਨੀਤੀਵਾਨ ਹੈ, ਨਾ ਸਾਡੇ ਕੋਲੇ ਕੋਈ ਵਿਆਖਿਆਕਾਰ ਹੈ। ਇਹਦਾ ਮੀਨਿੰਗ ਇਹੀ ਹੈ ਕਿ ਅਕਾਲੀ ਦਲ ਖਤਮ ਹੈ, ਅਕਾਲੀ ਦਲ ਕੋਲੇ ਕੁਝ ਨਹੀਂ। ਫਿਰ ਉਸ ਅਕਾਲੀ ਦਲ ਦੀ ਰਖਵਾਲੀ ਕਿਉਂ ਕਰ ਰਹੇ ਹੋ? ਇਹ ਅਕਾਲੀ ਦਲ ਭੰਗ ਤਾਂ ਹੋ ਹੀ ਗਿਆ। ਇੱਕ ਕਮ ਅਕਲ ਪ੍ਰਧਾਨ ਨੇ ਅਕਾਲੀ ਦਲ ਨੂੰ ਭੰਗ ਕਰ ਦਿੱਤਾ ਬਿਨਾਂ ਕਿਸੇ ਫਾਰਮੈਲਿਟੀ ਪੂਰੀ ਕਰੇ ਦੇ। ਅਕਾਲੀ ਦਲ ਨੂੰ ਭੰਗ ਕਰਨ ਦਾ ਮਤਲਬ ਹੈ, ਇਹਨੂੰ ਪਤਾ ਹੀ ਨਹੀਂ ਅਕਾਲੀ ਦਲ ਦੇ ਸੰਵਿਧਾਨ ਦਾ। ਅਕਾਲੀ ਦਲ ਦਾ ਆਈ ਨਹੀਂ ਭੰਗ ਹੁੰਦਾ ਆਪ ਕਾਇਮ ਹੈ, ਆਪਦੀ ਪ੍ਰਧਾਨਗੀ ਕਾਇਮ ਹੈ। ਜਦੋਂ ਉਹਨੇ ਆਪ ਕਿਸੇ ਕਮੇਟੀ ਦੀ ਮੀਟਿੰਗ ਕਰਨੀ ਹੁੰਦੀ ਹੈ, ਉਹ ਕਮੇਟੀ ਨਵੀਂ ਬਣਾ ਲੈਂਦਾ। ਬਹੁਤ ਕਮਾਲ ਦੀਆਂ ਗੱਲਾਂ ਤੇ ਤੁਹਾਡੀਆਂ। ਉਹ ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ? ਕਿਹੜੇ ਦੇਸ਼ 'ਚ ਰਹਿ ਰਹੇ ਹੋ? ਕਿਹੜੀ ਕੌਮ ਦਾ ਮਖੌਲ ਉਡਾ ਰਹੇ ਹੋ ਤੁਸੀਂ? ਅਕਾਲੀ ਦਲ ਭੰਗ ਕਰਤਾ, ਜਿਹੜਾ ਕਿ ਅਧਿਕਾਰ ਹੈ ਹੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਨੂੰ। ਉਹ ਡੈਲੀਗੇਟ ਹਾਊਸ ਨੂੰ ਅਧਿਕਾਰ ਹੈ, ਡੈਲੀਗੇਟ ਹਾਊਸ ਨੂੰ ਅਧਿਕਾਰ ਹੈ, ਵਰਕਿੰਗ ਕਮੇਟੀ ਨੂੰ ਅਧਿਕਾਰ ਹੁੰਦਾ ਹੈ ਅਕਾਲੀ ਦਲ ਨੂੰ ਭੰਗ ਕਰਵਾਉਣ ਦਾ, ਕਿਉਂਕਿ ਡੈਲੀਗੇਟ ਹਾਊਸ ਹੀ ਪ੍ਰਧਾਨ ਨੂੰ ਚੁਣਦਾ ਹੈ। ਅੱਗੇ ਫਿਰ ਪ੍ਰਧਾਨ ਵਰਕਿੰਗ ਕਮੇਟੀ ਨੂੰ ਚੁਣਦਾ ਹੈ। ਵਰਕਿੰਗ ਕਮੇਟੀ ਉਹਦੀ ਕੈਬਨਿਟ ਹੁੰਦੀ ਹੈ ਪ੍ਰਧਾਨ ਦੀ। ਇਹਨੂੰ ਪਤਾ ਹੀ ਨਹੀਂ ਕਾਸੇ ਗੱਲ ਦਾ। ਅੱਜ ਭੰਗ ਹੋਏ ਅਕਾਲੀ ਦਲ ਦੇ ਪ੍ਰਧਾਨ ਇਕੱਲਾ ਜਦੋਂ ਜੀ ਕਰਦਾ ਕੋਈ ਕਮੇਟੀ ਬਣਾ ਲੈਂਦਾ, ਉਹਦੀ ਮੀਟਿੰਗ ਕਰ ਲੈਂਦਾ, ਬਿਨਾਂ ਨਾ ਤੋਂ ਉਹ ਮੀਟਿੰਗਾਂ ਕਰੀ ਜਾਂਦੀਆਂ ਨੇ। ਸੋ ਅਕਾਲੀ ਦਲ ਦਾ ਜਲੂਸ ਨਿਕਲ ਰਿਹਾ। ਜਥੇਦਾਰ ਜੀ, ਇਸ ਭੰਗ ਹੋਏ ਅਕਾਲੀ ਦਲ ਨੂੰ ਸਰਵਾਈਵ ਕਰੋ। ਸਰਬੱਤ ਖਾਲਸਾ ਬੁਲਾਓ, ਜਿਹਨੂੰ ਖਤਮ ਕੀਤਾ ਹੈ ਤੁਹਾਡੇ ਗੁਰਦੁਆਰਾ ਐਕਟ ਨੇ, ਤੁਹਾਡੀ ਸ਼੍ਰੋਮਣੀ ਕਮੇਟੀ ਨੇ ਸਰਬੱਤ ਖਾਲਸੇ ਨੂੰ ਖਤਮ ਕਰ ਦਿੱਤਾ ਹੈ। ਜਥੇਦਾਰ ਜੀ ਬੁਲਾਓ ਸਰਬੱਤ ਖਾਲਸਾ। ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਸੁਰਜੀਤ ਕਰੀਏ। ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਲਿਆਂ ਦੇ ਵਿੱਚ ਨਾਲ ਆ ਅਸੀਂ। ਆਓ ਆਪਾਂ ਇਹ ਰਲ ਕੇ ਸਰਬੱਤ ਖਾਲਸਾ ਬਣਾਈਏ ਤੇ ਫਿਰ ਉਸੇ 1920 ਵਾਲੇ ਅਕਾਲੀ ਦਲ ਨੂੰ ਫਿਰ ਆਪਾਂ ਸੁਰਜੀਤ ਕਰੀਏ। ਫਿਰ ਉਹਨੂੰ ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਉਸ ਲੀਡਰਸ਼ਿਪ ਨੂੰ ਚੁਣੀਏ ਤੇ ਜਦੋਜਹਿਦ ਸ਼ੁਰੂ ਕਰੀਏ। ਇਸ ਭਾਰਤ ਦੇ ਵਿੱਚ ਆਪਣੇ ਅਧਿਕਾਰ ਲੈ ਸਕੀਏ, ਆਪਣੇ ਮਸਲੇ ਹੱਲ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਮੇਰੇ ਇੱਕ ਹੋਰ ਸਵਾਲ ਧਿਆਨ ਵਿੱਚ ਆਇਆ ਕਿ ਜਦੋਂ ਕੋਈ ਗੱਲ ਨਹੀਂ, ਹਾਂਜੀ, ਕਿਉਂਕਿ ਇਹ ਜੋੜਨਾ ਬਹੁਤ ਜ਼ਰੂਰੀ ਹੈ ਇਸ ਚਰਚਾ ਦੇ ਵਿੱਚ। ਇਹ ਗੱਲ ਕਿ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਈ ਤਾਕਤਾਂ ਲੱਗੀਆਂ ਹੋਈਆਂ ਨੇ, ਕੁਝ ਇਹੋ ਜਿਹੀਆਂ ਤਾਕਤਾਂ ਲੱਗੀਆਂ ਹੋਈਆਂ ਨੇ, ਇਨਡਾਇਰੈਕਟਲੀ ਕਿਸੇ ਤੇ ਵੀ ਨਿਸ਼ਾਨਾ ਲਾ ਦਿੱਤਾ ਜਾਂਦਾ ਤੇ ਉਹ ਕਮਜ਼ੋਰ ਕਿਉਂ ਹੋ ਰਿਹਾ? ਕੀ ਉਹਦੇ ਵਿੱਚ ਸਾਡੀਆਂ ਆਪਣੀਆਂ ਵੀ ਕਮਜ਼ੋਰੀਆਂ ਨੇ? ਜੇ ਹੈਗੀਆਂ ਨੇ ਕਿ ਚਰਚਾ ਕਿਉਂ? ਸੁਣੋ ਮੇਰੀ ਗੱਲ ਸੁਖਵਿੰਦਰ, ਕਿਸੇ ਦੇ ਦੋਸ਼ ਦੇਣ ਦੀ ਲੋੜ ਨਹੀਂ। ਅਕਾਲੀ ਦਲ ਨੇ, ਬਾਦਲ ਪਰਿਵਾਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਪਟ ਅਧਿਕਾਰੀਆਂ ਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ। ਅਕਾਲੀ ਦਲ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚ ਜਿਹੜੀ ਸਥਿਤੀ ਹੈ ਉਹਨੂੰ ਕਮਜ਼ੋਰ ਕੀਤਾ ਹੈ ਤੇ ਉਹਨੂੰ ਮਿੱਟੀ 'ਚ ਮਿਲਾਇਆ ਇਹਨਾਂ ਲੋਕਾਂ ਨੇ। ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਤੁਸੀਂ ਦੂਜਿਆਂ ਨੂੰ ਕਿਉਂ ਦੋਸ਼ ਦਿੰਦੇ ਹੋ? ਦੁਸ਼ਮਣਾਂ ਨੇ ਤਾਂ ਸਾਡੇ ਅੰਦਰ ਵੜਨਾ ਹੀ ਵੜਨਾ ਹੈ, ਸਾਡਾ ਨੁਕਸਾਨ ਕਰਨਾ ਹੀ ਕਰਨਾ ਹੈ। ਸਾਡੇ ਲੋਕ ਆਪ ਹੀ ਨੁਕਸਾਨ ਪਹੁੰਚਾ ਰਹੇ ਨੇ। ਬਾਦਲ ਪਰਿਵਾਰ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਸਿੱਖ ਸੰਸਥਾਵਾਂ ਨੂੰ,
ਸਰਬੱਤ ਖਾਲਸੇ ਨੂੰ ਭੁਲਾ ਹੀ ਦਿੱਤਾ ਹੈ। ਸ਼੍ਰੋਮਣੀ ਕਮੇਟੀ 18ਵੀਂ ਸਦੀ ਦੇ ਦੌਰਾਨ, ਮੈਂ ਤੁਹਾਨੂੰ ਸੰਖੇਪ 'ਚ ਦੱਸਦੇ ਹਾਂ, 18ਵੀਂ ਸਦੀ ਦੇ ਦੌਰਾਨ ਸਰਬੱਤ ਖਾਲਸਾ ਇਤਨੀ ਵਰਤੋਂ ਵਿੱਚ ਆਇਆ ਹੈ ਕਿ ਅੱਜ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਪਈਆਂ ਨੇ 18ਵੀਂ ਸਦੀ ਦੇ ਸਿੱਖ ਇਤਿਹਾਸ ਤੇ। ਸੁਖਵਿੰਦਰ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ 18ਵੀਂ ਸਦੀ ਦਾ ਇਤਿਹਾਸ ਲਿਖਿਆ ਜਾਂ ਲਿਖਵਾਇਆ ਹੈ? ਕੀ ਸ਼੍ਰੋਮਣੀ ਕਮੇਟੀ ਨੇ ਸਰਬੱਤ ਖਾਲਸੇ ਬਾਰੇ ਐਸਾ ਕੁਝ ਲਿਖਿਆ ਜਾਂ ਲਿਖਵਾਇਆ ਹੈ ਜਿੱਥੇ ਸਰਬੱਤ ਖਾਲਸੇ ਦੀ ਹਿਸਟੋਰੀਕਲ ਬੈਕਗ੍ਰਾਉਂਡ ਤੇ ਹਿਸਟੋਰੀਕਲ ਇੰਪੋਰਟੈਂਸ ਦਿੱਤੀ ਹੋਵੇ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਲਿਖਵਾਇਆ ਹੈ? ਜਥੇਦਾਰ ਜੀ, ਕੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ? ਜੇ ਜਾਣੂ ਹੁੰਦੇ ਤਾਂ ਕਦੇ ਐਕਟਿੰਗ ਜਥੇਦਾਰ 3 ਸਾਲਾਂ ਤੱਕ ਨਹੀਂ ਤੁਸੀਂ ਰਹਿ ਸਕਦੇ ਸੀ। ਤੁਹਾਡੀ ਅਣਖ ਨੇ ਉਵਾਲਾ ਜ਼ਰੂਰ ਖਾਣਾ ਸੀ ਕਿ ਭਾਈ ਜਾਂ ਤਾਂ ਮੈਨੂੰ ਰੈਗੂਲਰ ਕਰੋ ਜਾਂ ਮੈਂ ਛੱਡ ਕੇ ਜਾਣਾ। ਮਤਲਬ ਇਸ ਤਰੀਕੇ ਨਾਲ ਤਾਂ ਮਤਲਬ ਇਸ ਜਥੇਦਾਰ ਦੇ ਅਹੁਦੇ ਦਾ ਜਲੂਸ ਕੱਢ ਰਹੇ ਹੋ ਤੁਸੀਂ। ਸੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਹ ਅਧਿਕਾਰੀ ਨੇ ਜਿਨ੍ਹਾਂ ਨੂੰ ਕਾਹੇ ਦਾ ਪਤਾ ਨਹੀਂ, ਮੈਨੂੰ ਵਾਰ-ਵਾਰ ਮੈਨੂੰ ਕਹਿਣੀ ਪੈਂਦਾ ਗੱਲ, ਇਹ ਨਾ ਗੁਰਮਤਿ ਦਾ ਪਤਾ ਹੈ, ਨਾ ਗੁਰ ਇਤਿਹਾਸ ਦਾ ਪਤਾ ਹੈ, ਨਾ ਸਿੱਖ ਸੰਸਥਾਵਾਂ ਦੇ ਇਤਿਹਾਸਿਕ ਪਿਛੋਕੜ ਦਾ ਪਤਾ ਹੈ। ਉਹਨਾਂ ਨੇ ਮਿੱਟੀ 'ਚ ਰੋਲਤਾ ਸਾਰਾ ਅਕਾਲੀ ਦਲ। ਉਹਨਾਂ ਨੇ ਸਾਡੀਆਂ ਸੰਸਥਾਵਾਂ ਨੂੰ ਮਿੱਟੀ 'ਚ ਰੋਲਤਾ। ਬਾਹਰਲੀ ਕੋਈ ਏਜੰਸੀ ਮਿੱਟੀ 'ਚ ਨਹੀਂ ਸਾਡੀਆਂ ਸੰਸਥਾਵਾਂ ਨੂੰ ਰੋਲ ਸਕਦੀ। ਸਾਡੀਆਂ ਸੰਸਥਾਵਾਂ ਨੂੰ ਅਸੀਂ ਰੋਲਿਆ ਹੈ, ਅਸੀਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ। ਅੱਜ ਇਹਨਾਂ ਲੋਕਾਂ ਦਾ ਹੀ ਭੰਗ ਕੀਤਾ ਹੋਇਆ ਅੱਜ ਕਿੱਥੇ ਹੈ ਵਜੂਦ ਅਕਾਲੀ ਦਲ ਦਾ? ਤੁਸੀਂ ਮੈਨੂੰ ਇਹ ਕਿਸੇ ਹੋਰ ਨੇ ਆ ਕੇ ਤੋੜਿਆ ਅਕਾਲੀ ਦਲ? ਤੁਸੀਂ ਦੱਸੋ ਮੈਨੂੰ, ਕਿੱਡੀ ਇੱਕ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਸੁਖਵਿੰਦਰ? ਅਕਾਲੀ ਦਲ ਨੂੰ ਭੰਗ ਕਿਸੇ ਸਰਕਾਰ ਨੇ ਕੀਤਾ, ਕਿਸੇ ਬਾਹਰਲੀ ਏਜੰਸੀ ਨੇ ਭੰਗ ਕੀਤਾ ਹੈ? ਅਕਾਲੀ ਦਲ ਜਿਹੜਾ ਇੱਕ ਆਯੋਗ ਪ੍ਰਧਾਨ ਹੈ, ਆਯੋਗ ਪ੍ਰਧਾਨ, ਉਹਦੀਆਂ ਕਾਰਵਾਈਆਂ ਨਾਲ, ਉਹਦੀਆਂ ਆਪ ਹੁਦਰੀਆਂ ਨਾਲ ਅਕਾਲੀ ਦਲ ਭੰਗ ਹੋਇਆ ਪਿਆ। ਕਿੰਨੇ ਦਿਨ ਹੋ ਗਏ ਅਕਾਲੀ ਦਲ ਭੰਗ ਹੋਏ? ਸ਼ਾਇਦ 28 ਜੁਲਾਈ ਦਾ ਭੰਗ ਹੋਇਆ ਹੈ। ਅੱਜ ਤੱਕ ਭੰਗ ਹੀ ਤੁਰਿਆ ਆ ਰਿਹਾ ਹੈ। ਕੋਈ ਅਕਾਲੀ ਦਲ ਦੇ ਵਿੱਚ ਕੋਈ ਐਸਾ ਮੌਕਾ ਹੈ ਜਦੋਂ ਇਹ ਇੰਨਾ ਚਿਰ ਲੰਬਾ ਸਮਾਂ ਇਹ ਭੰਗ ਹੀ ਤੁਰਿਆ ਆਉਂਦਾ ਹੋਵੇ? ਇਹਨਾਂ ਦਾ ਨਵੀਆਂ ਪਰੰਪਰਾ ਪਾਤੀਆਂ ਅਕਾਲੀ ਦਲ ਦੇ ਵਿੱਚ, ਜਦੋਂ ਮਰਜ਼ੀ ਭੰਗ ਕਰਦੇ ਹੋ, ਜਦੋਂ ਮਰਜ਼ੀ ਸਰਵਾਈਵ ਕਰ ਲਓ। ਸੋ ਭਾਈ ਸੁਖਵਿੰਦਰ, ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਸਾਡੇ ਅਕਾਲੀ ਜ਼ਿੰਮੇਵਾਰ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੋਰ ਵੀ ਜ਼ਿੰਮੇਵਾਰੀਆਂ ਬਹੁਤ ਨੇ, ਬੜਾ ਤਕੜਾ ਪ੍ਰਬੰਧ ਵੀ ਕਰ ਰਹੇ ਨੇ, ਪਰ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖ ਸੰਸਥਾਵਾਂ ਨੂੰ ਵੀ ਉਹ ਤਕੜੀਆਂ ਤੇ ਮਜ਼ਬੂਤ ਕਰਕੇ ਰੱਖਣ। ਅਕਾਲੀ ਦਲ ਨੂੰ ਜਿੰਨਾ ਛੇਤੀ ਹੋ ਸਕੇ ਸੁਖਵਿੰਦਰ, ਜਥੇਦਾਰ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕਿ ਜਿੰਨਾ ਛੇਤੀ ਹੋ ਸਕੇ ਸਰਬੱਤ ਖਾਲਸਾ ਸਮਾਗਮ ਬੁਲਾਓ। ਸਮੂਹ ਸਿੱਖ ਕੌਮ ਦਾ, ਜਿੰਨੀ ਵੀ ਵਰਲਡ ਓਵਰ ਸਿੱਖ ਕੌਮ ਬੈਠੀ ਹੈ, ਸਮੂਹ ਸਿੱਖਾਂ ਦਾ ਸਰਬੱਤ ਖਾਲਸਾ ਸਮਾਗਮ ਬੁਲਾਉਣ ਜਥੇਦਾਰ ਸਾਹਿਬ, ਤੇ ਉਹਦੇ ਵਿੱਚ ਇਹਨਾਂ ਲੋਕਾਂ ਦਾ ਭੰਗ ਕੀਤਾ ਹੋਇਆ ਅਕਾਲੀ ਦਲ ਨੂੰ ਮੁੜ ਕੇ ਫੇਰ ਸੁਰਜੀਤ ਕਰਨ ਤੇ ਉਸ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਚਲਾਉਣ। ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਉਹ ਸਿਰਫ ਸਰਬੱਤ ਖਾਲਸੇ ਤੋਂ ਅਗਵਾਈ ਲੈ ਕੇ ਹੀ ਕਿਸੇ ਪਾਰਟੀ ਨਾਲ ਸਮਝੌਤਾ ਕਰੇ, ਕਿਸੇ ਸਰਕਾਰ ਨਾਲ ਸਮਝੌਤਾ ਕਰੇ। ਸੋ ਆਓ ਆਪਾਂ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਇੱਕ ਬਹੁਤ ਵੱਡੇ ਲੈਵਲ ਤੇ ਸਰਬੱਤ ਖਾਲਸਾ ਸਮਾਗਮ ਬੁਲਾਈਏ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰੀਏ। ਜੀ ਧੰਨਵਾਦ ਤੁਹਾਡਾ ਪ੍ਰੋਫੈਸਰ, ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ। ਮੋਟਿਵ ਇੱਕੋ ਇੱਕ ਹੈ ਸਾਡਾ ਕਿ ਅਕਾਲੀ ਦਲ ਦੀ ਮੁੜ ਸੁਰਜੀਤੀ ਹੋਣੀ ਚਾਹੀਦੀ ਹੈ। ਇਹ ਪੰਜਾਬ ਦੀ ਆਵਾਜ਼ ਹੈ, ਇਕੱਲੇ ਬਾਦਲਾਂ ਦੀ ਗੱਲ ਨਹੀਂ ਜਾਂ ਫਿਰ ਜਥੇਦਾਰ ਸਾਹਿਬਾਨ ਦੀ ਗੱਲ ਨਹੀਂ, ਗੱਲ ਹੈ ਪੰਜਾਬ ਦੀ, ਸਿੱਖ ਕੌਮ ਦੇ ਭਵਿੱਖ ਦੀ, ਸਿੱਖ ਕੌਮ ਦੀਆਂ ਮੰਗਾਂ ਦੀ, ਸਿੱਖ ਕੌਮ ਦੇ ਮਸਲਿਆਂ ਦੀ, ਸਿੱਖ ਕੌਮ ਦੇ ਸੁਤੰਤਰ ਰਾਜ ਦੀ। ਤੁਸੀਂ ਆਪਣੇ ਵਿਚਾਰ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।